ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਦ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਨੂੰ ਲੈ ਕੇ। ਲਖੀਮਪੁਰ ਚ ਵਾਪਰੀ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਇਹਦਾ ਸੂ ਮੋਟੋ ਨੋਟਿਸ ਲਿਆ ਗਿਆ, ਪਰ ਸਵਾਲ ਇਹ ਉੱਠ ਰਹੇ ਨੇ ਕਿ ਕੀ ਇਨਸਾਫ ਮਿਲੇਗਾ, ਕਿ ਸਰਕਾਰਾਂ ਦੇ ਦਬਾਅ ਹੇਠ ਜਿਹੜਾ ਉਹ ਕਿਤੇ ਇਹ ਨਾ ਹੋਵੇ ਕਿ ਇਨਸਾਫ ਧੁੰਦਲਾ ਜਾਪੇ। ਲੋਕਾਂ ਦੀ ਨਜ਼ਰ ਸੁਪਰੀਮ ਕੋਰਟ ਤੇ ਟਿਕੀ ਹੋਈ ਹੈ ਤੇ ਨਾਲੋਂ ਨਾਲ ਜਿਸ ਤਰੀਕੇ ਦੀ ਘਟਨਾ ਵਾਪਰੀ ਸੀ 26 ਜਨਵਰੀ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਉਦੋਂ ਜਦੋਂ ਘਟਨਾ ਵਾਪਰੀ ਤਾਂ ਦਿੱਲੀ ਦੇ ਲੋਕਾਂ ਜਾਂ ਦੇਸ਼ ਭਰ ਜਿੱਥੇ ਸਿੱਖ ਵਸਦੇ ਸੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸਹਿਮ ਸੀ ਵੀ ਇਹਨੂੰ ਹਥਿਆਰ ਵਜੋਂ ਨਾ ਵਰਤਿਆ ਜਾਵੇ, ਕਿਤੇ ਇਹ ਨਾ ਹੋਵੇ ਕੋਈ 1984 ਕਤਲੇਆਮ ਦੇ ਵਾਂਗ ਕੋਈ ਵੱਡੀ ਘਟਨਾ ਵਾਪਰ ਜਾਏ। ਜਦੋਂ ਹੁਣ ਲਖੀਮਪੁਰ ਚ ਇਹੋ ਜਿਹੀ ਘਟਨਾ ਵਾਪਰੀ ਤੇ ਉੱਥੇ 8 ਦੇ ਕਰੀਬ ਲੋਕਾਂ ਦੀ ਮੌਤ ਹੋਈ, ਵਿੱਚ ਕਿਸਾਨ, ਤੇ ਉਦੋਂ ਵੀ ਇਸੇ ਕਿਸਮ ਦਾ ਡਰ ਜਿਹੜਾ ਸਹਿਮ ਪਾਇਆ ਗਿਆ। ਰਕੇਸ਼ ਟਕੈਤ ਉਹਨਾਂ ਨੇ ਸਾਂਭਿਆ ਤੇ ਉਸ ਤੋਂ ਬਾਅਦ ਭਾਵੇਂ ਟਕੈਤ ਸਾਹਿਬ ਤੇ ਸਵਾਲ ਉੱਠ ਰਹੇ ਨੇ ਲਗਾਤਾਰ, ਪਰ ਫਿਰ ਵੀ ਮਸਲੇ ਨੂੰ ਜਿਸ ਤਰੀਕੇ ਦੇ ਨਾਲ ਨਿਬੇੜਿਆ ਗਿਆ, ਗੱਲ ਹੁਣ ਇਹ ਆ ਕਿ ਇਨਸਾਫ ਕਿਸ ਹੱਦ ਤੱਕ ਜਿਹੜਾ ਉਹ ਕਿਸਾਨਾਂ ਨੂੰ ਮਿਲ ਸਕਦਾ ਹੈ, ਕਿਉਂਕਿ ਸਾਰਾ ਤੰਤਰ ਜਿਹੜਾ ਆ ਉਹ ਸਰਕਾਰ ਦੇ ਪੱਖ ਵਿੱਚ ਭੁਗਤਦਾ। ਇੱਕ ਗ੍ਰਹਿ ਰਾਜ ਮੰਤਰੀ ਦਾ ਹੋਣਾ, ਉਹਦੇ ਪੁੱਤਰ ਦਾ ਨਾਮ ਪਰਚੇ ਦੇ ਵਿੱਚ ਸ਼ਾਮਲ ਹੋਣਾ, ਤੇ ਉਧਰਲੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਤੇ ਅਮਿਤ ਸ਼ਾਹ ਹੋਰੀ ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਦੀ ਚੁੱਪੀ ਜਿਹੜੀ ਆ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਹਮੀਦ ਸਿੰਘ ਜੀ। ਜੀ ਹਮੀਦ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਸੁਪਰੀਮ ਕੋਰਟ ਨੇ ਜਿਹੜਾ ਸੂਮੋਟੋ ਨੋਟਿਸ ਲਿਆ? ਹਾਲਾਂਕਿ ਉਮੀਦ ਜਿਹੜੀ ਆ ਉਹ ਕੋਈ ਬਹੁਤੀ ਕਿਸਾਨਾਂ ਨੂੰ ਨਹੀਂ ਜਾਪਦੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਸੁਪਰੀਮ ਕੋਰਟ ਵੱਲੋਂ ਟਿੱਪਣੀਆਂ ਆ ਰਹੀਆਂ ਸੀ ਜਾਂ ਹਾਈ ਕੋਰਟ ਵੱਲੋਂ ਟਿੱਪਣੀਆਂ ਆ ਰਹੀਆਂ ਸੀ, ਦਿੱਲੀ ਦੇ ਵਿੱਚੋਂ ਅਦਾਲਤਾਂ ਚੋਂ ਜਿਸ ਤਰ੍ਹਾਂ ਦੀ ਆਵਾਜ਼ ਆ ਰਹੀ ਸੀ, ਉਹਦੇ ਨਾਲ ਕਿਤੇ ਨਾ ਕਿਤੇ ਇਦਾਂ ਲੱਗਦਾ ਹੈ ਕਿ ਇਹ ਨਾ ਹੋਵੇ ਕਿ ਸਰਕਾਰੀ ਪੱਖ ਦੇ ਵਿੱਚ ਭੁਗਤ ਜਾਏ ਸਾਰਾ ਕੁਝ। ਨਹੀਂ, ਉਹ ਪ੍ਰੈਸ਼ਰ ਹੁੰਦੇ ਨੇ, ਅੰਦੋਲਨ ਦਾ ਪ੍ਰੈਸ਼ਰ ਹੈ, ਲੋਕਾਂ ਦੀ ਆਵਾਜ਼ ਹੈ। ਸੁਪਰੀਮ ਕੋਰਟ ਨੇ ਬੜੀ ਦੇਰੀ ਨਾਲ ਫੈਸਲਾ ਲਿਆ, ਹਾਲਾਂਕਿ ਪਹਿਲਾਂ ਚਾਹੀਦਾ ਸੀ। ਜਦੋਂ ਐਡਾ ਵੱਡਾ ਕਤਲੇਆਮ ਹੋਇਆ ਹੈ ਤਾਂ ਅਦਾਲਤਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਪਾਵਰਫੁਲ ਬੰਦੇ ਦੂਸਰੇ ਪਾਸੇ ਹੁੰਦੇ ਨੇ ਤਾਂ ਸੰਵਿਧਾਨ ਮੁਤਾਬਕ, ਕਾਨੂੰਨ ਮੁਤਾਬਕ ਲੋਕਾਂ ਨੂੰ ਨਿਆਂ ਮਿਲੇ। ਇਹ ਜ਼ਿੰਮੇਵਾਰੀ ਜੇਕਰ ਨਹੀਂ ਨਿਭਾਈ ਜਾਂਦੀ ਅਦਾਲਤਾਂ ਵੱਲੋਂ ਵੀ, ਉੱਚ ਅਦਾਲਤਾਂ ਵੱਲੋਂ ਵੀ, ਤਾਂ ਲੋਕਾਂ ਦਾ ਜਿਹੜਾ ਪ੍ਰਸ਼ਾਸਨ ਦੇ ਵਿੱਚ, ਨਿਆਂ ਪ੍ਰਣਾਲੀ ਦੇ ਵਿੱਚ ਭਰੋਸਾ ਟੁੱਟਦਾ ਹੈ। ਜਦੋਂ ਲੋਕਾਂ ਦਾ ਭਰੋਸਾ ਟੁੱਟਦਾ ਹੈ ਤਾਂ ਲੋਕ ਫਿਰ ਆਪ ਨਿਆਂ ਲੈਣ ਦੇ ਰਸਤੇ ਤੇ ਚੱਲਦੇ ਨੇ। ਜਦੋਂ ਆਪ ਨਿਆਂ ਦਾ ਰਸਤਾ ਹੁੰਦਾ ਤਾਂ ਉਹਦੇ ਚੋਂ ਹਿੰਸਾ ਦਾ ਰਾਹ ਵੀ ਇੱਕ ਉਸ ਪਾਸੇ ਵੱਲ ਚਲਾ ਜਾਂਦਾ। ਜਦੋਂ ਸਿਸਟਮ ਨਿਆਂ ਨਹੀਂ ਦਿੰਦਾ, ਇਨਸਾਫ ਨਹੀਂ ਦਿੰਦਾ, ਤਾਂ ਪ੍ਰਵੋਕ ਕੀਤਾ ਜਾਂਦਾ ਆਮ ਲੋਕਾਂ ਨੂੰ ਵੀ ਜੋ ਤੁਸੀਂ ਕਰਨਾ ਕਰ ਲਓ। ਸਾਹਮਣੇ ਵਾਲਾ ਬੰਦਾ ਹੋਰ ਕ੍ਰਾਈਮ ਕਰਦਾ, ਹੋਰ ਜੁਰਮ ਕਰਦਾ, ਤਾਂ ਇੱਕ ਖਾਸ ਸਟੇਜ ਇਹੋ ਜਿਹੀ ਆ ਜਾਂਦੀ ਹੈ ਕਿ ਫਿਰ ਅਸੀਂ ਕੀ ਕਰੀਏ ਨਿਆਂ ਲੈਣ ਵਾਸਤੇ, ਜਾਂ ਐਵੇਂ ਹੀ ਜਿਉਂਦੇ ਰਹੀਏ ਜਾਂ ਫਿਰ ਨਿਆਂ ਲਿਆ ਜਾਏ। ਔਰ ਉਹ ਅਲੱਗ ਗੱਲ ਹੈ ਕਿ ਸੁਪਰੀਮ ਕੋਰਟ ਕੇ ਕੀ ਰੁਖ ਲੈਂਦੀ ਹੈ, ਕਿਹਨੂੰ ਜਾਂਚ ਦਾ ਜਿੰਮਾ ਸੌਂਪਦੀ ਹੈ, ਕੀ ਇੱਕ ਅਲੱਗ ਗੱਲ। ਪਰ ਪਹਿਲੀ ਗੱਲ ਇਹ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਹੈ, ਇਹਦਾ ਸਿੱਧਾ ਇੱਕ ਕੜੀ ਜੁੜਦੀ ਹੈ ਚੀਜ਼ਾਂ ਦੇ ਨਾਲ। ਕੋਈ ਐ ਨਹੀਂ ਹੈ ਕਿ ਅਣਹੋਣੀ ਆਪਣੇ ਆਪ ਵਾਪਰ ਗਈ, ਸਡਨ ਤੁਰੰਤ ਵਾਪਰੀ ਹੈ। ਇਹ ਬੀਜੇਪੀ ਦੇ ਇੱਕ ਮਾਈਂਡਸੈਟ ਦਾ ਜਿਹੜਾ ਇੱਕ ਡਿਜ਼ਾਈਨ ਹੈ, ਮਾਨਸਿਕਤਾ ਦਾ। ਇਕੱਲੀ ਇੱਥੇ ਦੀ ਗੱਲ ਨਹੀਂ, ਜੇ ਤੁਸੀਂ ਕਰਨਾਲ ਦੇ ਐਸਡੀਐਮ ਦੀ ਗੱਲ ਦੇਖਦੇ ਹੋ, ਜਦੋਂ ਉਹ ਕਹਿੰਦਾ ਲਾਠੀਆਂ ਨਾਲ ਸਿਰ ਫੋੜੇ ਹੋਏ ਨਜ਼ਰ ਆਉਣੇ ਚਾਹੀਦੇ ਨੇ, ਤੇ ਫਿਰ ਹਰਿਆਣਾ ਦਾ ਚੀਫ ਮਿਨਿਸਟਰ ਕਹਿੰਦਾ ਉਸੇ ਤਰੀਕੇ ਨਾਲ ਆਪਣੇ ਬੰਦਿਆਂ ਨੂੰ ਬਣਾ ਕੇ 500, 700, 1000 ਬੰਦਾ ਹਰ ਇਲਾਕੇ 'ਚ ਇਕੱਠਾ ਕਰੋ ਤੇ ਜੈਸੇ ਕੋ ਤੈਸੇ ਦਾ ਜਵਾਬ ਦਿਓ। ਜੇ ਜੇਲ੍ਹ ਵੀ ਚਲੇ ਜਾਓਗੇ ਤਾਂ ਕੋਈ ਗੱਲ ਨਹੀਂ, ਵੱਡੇ ਲੀਡਰ ਬਣ ਕੇ ਆਓਗੇ। ਜਦੋਂ ਇੱਕ ਚੁਣੀ ਹੋਈ ਸਰਕਾਰ ਦਾ ਮੁੱਖ ਮੰਤਰੀ ਲੋਕਾਂ ਨੂੰ ਦੰਗਾ ਕਰਾਉਣ ਲਈ ਉਕਸਾਉਂਦਾ ਹੈ ਤੇ ਉਹਨੂੰ ਜੇਲ੍ਹ ਜਾ ਕੇ ਵੀ ਕ੍ਰਾਈਮ ਤੋਂ ਬਾਅਦ ਵੱਡੇ ਲੀਡਰ ਬਣਨ ਦੀ ਪ੍ਰੇਰਨਾ ਦਿੰਦਾ ਹੈ, ਤਾਂ ਇਹਦਾ ਮਤਲਬ ਸਿੱਧਾ ਹੈ ਕਿ ਤੁਸੀਂ ਕਿਹੜੀ ਮਾਨਸਿਕਤਾ ਨਾਲ ਵਿਚਰ ਰਹੇ। ਤੇ ਫਿਰ ਉਸੇ ਮਾਨਸਿਕਤਾ ਦੇ ਨਾਲ ਇਹ ਜਿਹੜਾ ਅਜੇ ਮਿਸ਼ਰਾ ਹੈ, ਜਿਹੜਾ ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰਜ਼ ਹੈ, ਗ੍ਰਹਿ ਰਾਜ ਮੰਤਰੀ ਹੈ ਕੇਂਦਰ ਦੇ ਵਿੱਚ, ਇਹ ਜਦੋਂ 25 ਸਤੰਬਰ ਨੂੰ ਇੱਕ ਬਿਆਨ ਕਰਦਾ ਉਸੇ ਇਲਾਕੇ ਦੇ ਕਿਸਾਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ, ਜਦੋਂ ਇਹ ਕਹਿੰਦਾ ਕਿ ਜੀ ਸੁਧਰ ਜੋ ਨਹੀਂ ਸੁਧਾਰ ਦਿੱਤੇ ਜਾਓਗੇ, ਮੇਰਾ ਪਤਾ ਨਹੀਂ ਹੈ ਤੁਹਾਨੂੰ, ਜਿਹੜੇ ਲੋਕਾਂ ਨੂੰ ਮੇਰਾ ਪਤਾ ਹੈ ਕਿ ਮੈਂ MP MLA ਮੰਤਰੀ ਇਕੱਲਾ ਨਹੀਂ ਆ, ਮੇਰੀ ਬੈਕਗਰਾਊਂਡ ਜੋ ਹੈ, ਤਾਂ ਬੈਕਗਰਾਊਂਡ ਤਾਂ ਸਿੱਧਾ ਸਵਾਲ ਹੈ। ਜਦੋਂ ਰਕੇਸ਼ ਟਕੈਤ ਨੇ ਉਦੋਂ ਬਾਅਦ ਬੋਲਿਆ ਵੀ ਹੈ ਇਹਦੇ ਤੇ ਕਿ ਫਿਰ ਬੈਕਗਰਾਊਂਡ ਕੀ ਹੈ, ਉਹ ਤਾਂ ਪਤਾ ਕਿ ਗੁੱਡੀ, ਬਦਮਾਸ਼, ਸਮਗਲਿੰਗ ਦਾ ਤੁਹਾਡਾ ਇੱਕ ਧੰਦਾ ਕਈ ਵਾਰ ਹੁੰਦਾ ਹੈ, ਤੇ ਜਿਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਫੈਲਦੀ ਹੈ, ਡਰ ਫੈਲਦਾ ਹੈ ਉਸ ਪੱਧਰ ਤੇ। ਬਿਲਕੁਲ ਉਹ ਜਦੋਂ ਇੱਕ ਚੈਲੰਜ ਸੀ ਕਿ ਰੋਕ ਕੇ ਦਿਖਾਏ ਮੈਂ ਕਰ ਰਿਹਾ ਸਮਾਗਮ, ਤਾਂ ਕਿਸਾਨਾਂ ਨੇ ਕੀ ਕੀਤਾ ਕਿ ਠੀਕ ਹੈ, ਜਿਵੇਂ ਨਾਰਮਲੀ ਦੇਸ਼ ਦੇ ਵਿੱਚ ਹੈ ਕਾਲੇ ਝੰਡੇ ਦਿਖਾਵਾਂਗੇ,
ਹੈਲੀਪੈਡ ਤੇ ਉਪ ਮੁੱਖ ਮੰਤਰੀ ਆਏਗਾ, ਅਸੀਂ ਉਹਦੇ ਖਿਲਾਫ ਰੋਸ ਪ੍ਰਗਟ ਕਰਾਂਗੇ। ਜਦੋਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਚੁਣੌਤੀ ਨੂੰ ਕਬੂਲ ਕਰਕੇ ਹੈਲੀਪੈਡ ਤੇ ਜਾਂਦੇ ਨੇ ਤਾਂ ਹੈਲੀਪੈਡ ਤੇ ਉਤਰਨ ਦਾ ਪ੍ਰੋਗਰਾਮ ਕੈਂਸਲ ਹੋ ਜਾਂਦਾ ਹੈ। ਤਾਂ ਮੇਰਾ ਖਿਆਲ ਹੈ ਇਹੋ ਜਿਹਾ ਜਿਹੜਾ ਆਦਮੀ ਹੈ, ਜਿਹੜਾ ਪਹਿਲਾਂ ਹੀ ਜ਼ਹਿਰ ਭਰਿਆ ਆਦਮੀ ਹੈ, ਤੇ ਉਹ ਚ ਗੁੱਸੇ ਚ ਉਹਦਾ ਆਉਣਾ ਸੁਭਾਵਿਕ, ਤੇ ਜਦੋਂ ਗੁੱਸੇ ਚ ਆਉਂਦਾ ਤਾਂ ਫਿਰ ਸਭ ਕਿਵੇਂ ਸਿਖਾਇਆ ਜਾਏ, ਤਰੀਕਾ ਕੀ ਹੋਵੇ ਕਿ ਮੈਂ ਹਾਰ ਗਿਆ, ਮੇਰਾ ਕਾਫਲਾ ਉਧਰ ਦੀ ਲੰਘਣ ਨਹੀਂ ਦਿੱਤਾ। ਤਾਂ ਫਿਰ ਇਹ ਤਰੀਕਾ ਇੱਕ ਡਿਜ਼ਾਈਨ ਨਜ਼ਰ ਆਉਂਦਾ ਹੈ ਕਿ ਆਪਣੇ ਬੇਟੇ ਰਾਹੀਂ ਬੰਦੇ ਭੇਜ ਕੇ 3-4 ਗੱਡੀਆਂ 'ਚ ਦਬੰਗੀ ਕਰਕੇ ਜਾ ਕੇ ਤੁਸੀਂ ਰੌਂਦ ਦਿੰਦੇ ਹੋ ਕਿਸਾਨਾਂ ਨੂੰ। ਕਿਸਾਨ ਤਾਂ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਹੁਣ ਤੱਕ, ਉਹ ਵਾਪਸ ਤੁਰੇ ਜਾ ਰਹੇ ਨੇ, ਵਾਪਸ ਤੁਰੇ ਜਾ ਰਿਹਾ। ਤਾਂ ਜਿਹੜਾ ਮੰਤਰੀ ਦੇ ਨਾਂ ਤੇ ਜਿਹੜੀ ਗੱਡੀ ਤੇ ਉਸ ਗੱਡੀ ਦੇ ਮਤਲਬ ਪਿੱਛੋਂ ਉਹੀ ਗੱਡੀ ਜਿਹੜੀ ਥਾਰ ਮਹਿੰਦਰਾ ਕਹਿੰਦੇ ਆ, ਉਸੇ ਨਾਲ ਹੀ ਜ਼ਿਆਦਾ ਬੰਦੇ ਫੱਟੜ ਹੋਏ ਨੇ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਬਹੁਤ ਗਿਣਤੀ ਤੇ ਇੱਕ ਪੱਤਰਕਾਰ ਵੀ ਉਸ ਸਾਹਮਣੇ। ਉਹ ਜਿਹੜਾ ਮਾਹੌਲ ਸੀ, ਉਦੋਂ ਬਾਅਦ ਲਗਾਤਾਰ ਮੰਤਰੀ ਦਾ ਇਹ ਕਹਿਣਾ ਮੇਰਾ ਮੁੰਡਾ ਉੱਥੇ ਹੈ ਨਹੀਂ ਸੀ ਮੌਜੂਦ, ਉਹ ਕਿਸੇ ਫੰਕਸ਼ਨ ਸੀ, ਕੋਈ ਇੱਧਰ ਸੀ ਕੋਈ ਉੱਧਰ ਸੀ। ਤਾਂ ਇਸ ਸਮੇਂ ਜਦੋਂ ਐਡਾ ਵੱਡਾ ਕਲਹੂਰ, ਐਡਾ ਵੱਡਾ ਦਰਦਨਾਕ ਮਤਲਬ ਮਾਹੌਲ ਉੱਥੇ ਹੋਵੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਇਕੱਠੇ ਹੋਏ, ਤੇ ਉਹਦੇ ਚ ਕੀ ਕੀਤਾ ਜਾ ਸਕਦਾ ਸੀ ਜਿਹੜਾ ਮੈਨੂੰ ਲੱਗਦਾ ਉਸ ਮਾਹੌਲ ਦੇ ਵਿੱਚ। ਹੁਣ ਦੋ ਤਰੀਕੇ ਸੀ। ਇੱਕ ਤਰੀਕਾ ਇਹ ਕਿ ਜੀ ਲਾਸ਼ਾਂ ਕਿੰਨੇ ਲੰਬੇ ਸਮੇਂ ਤੱਕ ਤੁਸੀਂ ਰੱਖ ਸਕਦੇ ਹੋ, ਇਹ ਪਰਿਵਾਰਾਂ ਦੇ ਜਜ਼ਬਾਤ ਦਾ ਮਾਮਲਾ ਵੀ ਹੁੰਦਾ ਹੈ। ਡੈਡ ਬਾਡੀ ਜਿਹਨੂੰ ਕਿੰਨੇ ਸਮੇਂ ਤੁਸੀਂ ਕਿਵੇਂ ਰੱਖ ਸਕਦੇ ਹੋ, ਇਹ ਕੋਈ ਸਮਝੌਤਾ ਨਹੀਂ ਹੈ ਮੇਰਾ ਖਿਆਲ ਹੈ। ਇਹਨੂੰ ਸਮਝੌਤੇ ਦੀ ਟਰਮ ਜਿਹੜੀ ਚ ਪੇਸ਼ ਕਰਨਾ ਗਲਤ ਹੈ। ਇਹ ਇੱਕ ਖਾਸ ਗੱਲ ਕਿ ਜਿਹੜੀਆਂ ਲਾਸ਼ਾਂ ਨੇ ਉਹਨਾਂ ਦਾ ਸੰਸਕਾਰ ਕਰਨ ਦਾ ਇੱਕ ਵਾਇਆ ਮੀਡੀਆ ਸਮਝੌਤਾ ਹੁੰਦਾ ਹੈ ਕਿ ਤੁਸੀਂ ਪੈਸੇ ਲੈ ਲੇ ਤੇ ਕੇਸ ਵੀ ਬੰਦ ਹੋ ਗਿਆ, ਤੁਸੀਂ ਹੁਣ ਇਦੋਂ ਅੱਗੇ ਕੋਈ ਮੰਗ ਨਹੀਂ ਕਰੋਗੇ, ਆਪਸ ਦੇ ਵਿੱਚ ਸਾਡਾ ਨਿਬੜ ਗਿਆ ਤਾਂ ਇਹ ਨਿਬੜਿਆ ਨਹੀਂ ਹੈ। ਇਹ ਨਿਬੜਿਆ ਤਾਂ ਸਗੋਂ ਤਾਂ ਉਹ ਹੈ ਕਿ ਇਹ ਉੱਥੇ ਤੱਕ ਨਿਬੜਿਆ ਕਿ ਤੁਸੀਂ ਉਦੋਂ ਬਾਅਦ ਦੀ ਜਿਹੜੀ ਲੜਾਈ ਹੈ ਉਹ ਲੜਾਈ ਜਾਰੀ ਰਹੂਗੀ। ਪਹਿਲੀ ਗੱਲ ਜਿਹੜੀ ਡਿਮਾਂਡ ਇਹ ਹੈ ਕਿ ਉਸ FIR 'ਚ ਉਸ ਬੰਦੇ ਦਾ ਨਾਂ ਦਰਜ ਹੋਣਾ, ਆਸ਼ੀਸ਼ ਮਿਸ਼ਰਾ ਦਾ, ਜਿਹੜਾ ਉਹਦਾ ਮੁੰਡਾ ਜਿਹੜਾ ਅਵੋਇਡ ਕੀਤਾ ਜਾ ਰਿਹਾ ਸੀ, ਜਿਹੜਾ ਲੰਬੇ ਸਮੇਂ ਤੱਕ ਬੀਜੇਪੀ ਦੀ ਗਵਰਨਮੈਂਟਾਂ ਦਾ ਇੱਕ ਰਿਕਾਰਡ ਹੈ ਪਿਛਲਾ। ਇਹਨਾਂ ਨੇ ਅੱਜ ਤੱਕ ਕੀ ਕੀਤਾ ਹੈ, ਅੱਜ ਤੱਕ ਇਹ ਕੀਤਾ ਕਿ ਜਿਹੜੇ ਦੋਸ਼ੀ ਨੇ, ਚਾਹੇ ਭੀਮਾ ਕੋਰੇਗਾਂਵ ਦੇ ਲੈ ਲਓ, ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਜਿਹੜੇ ਡਿਮਾਂਡ ਮੰਗ ਕਰਨ ਵਾਲੇ ਬੁੱਧੀਜੀਵੀ ਸੀ ਉਹ 2 ਸਾਲਾਂ ਤੋਂ ਅੰਦਰ ਬੰਦ ਨੇ UAPA 'ਚ। ਚਾਹੇ ਉਹ ਸ਼ਾਹੀਨ ਬਾਗ ਮਾਮਲਾ ਲੈ ਲਓ ਦਿੱਲੀ ਦੀ, ਜਿਹੜਾ ਉਦੋਂ ਬਾਅਦ ਦਿੱਲੀ ਦੇ ਵਿੱਚ ਦੰਗਾ ਹੋਇਆ, ਉਹਦੇ 'ਚ ਅਮਿਤ ਸ਼ਾਹ ਤੋਂ ਲੈ ਕੇ ਆ ਕ੍ਰਿਕਟਰ ਜਿਹੜਾ ਹੁਣ ਵਿੱਤ ਰਾਜ ਮੰਤਰੀ ਹੈ ਕੇਂਦਰ ਦੇ ਵਿੱਚ, ਤੇ ਉਹਦੇ ਤੋਂ ਲੈ ਕੇ ਸਭ ਦੀ ਬਿਆਨਬਾਜ਼ੀ ਦੇਖੋ। ਇੱਕ ਕਹਿੰਦਾ ਕਿ ਵੋਟ ਕਰੰਟ ਜਾਣਾ ਚਾਹੀਦਾ ਸ਼ਹੀਨ ਬਾਗ ਤੱਕ, ਦੂਜਾ ਗੋਲੀ ਮਾਰੋ ਸਾਲੋਂ ਕੋ ਤੱਕ ਕਹਿੰਦਾ, ਤੀਜਾ ਇਹ ਕਹਿ ਰਿਹਾ ਕਿ ਜੇ ਆ ਸਾਰਾ ਟੰਡਕ ਪੰਡਕ ਨਾ ਚੱਕਿਆ ਤਾਂ ਮੈਂ ਚੁਕਾ ਦੂੰਗਾ ਆ ਕੇ ਪੁਲਿਸ ਕਮਿਸ਼ਨਰ ਦੀ ਹਾਜ਼ਰੀ ਦੇ ਵਿੱਚ। ਕਿਸੇ ਇੱਕ ਤੇ ਪਰਚਾ ਦਰਜ ਹੋਇਆ, ਸਾਰੇ ਪਰਚੇ ਵਿਰੋਧੀਆਂ ਤੇ ਦਰਜ ਹੋਏ, ਪੀੜਤਾਂ ਤੇ ਦਰਜ ਹੋਏ, ਥਿਉਰੀ ਉਲਟ ਕੱਢ ਦਿੱਤੀ ਗਈ ਸਗੋਂ ਸਾਰੀ। ਇਸ ਤਰ੍ਹਾਂ ਇਹ ਜਿਹੜਾ ਇੱਕ ਪਰਚਾ ਹੈ ਜਿਹੜਾ ਉਹਦੇ ਮੁੰਡੇ ਤੇ 302 ਦਾ ਪਰਚਾ ਦਰਜ ਹੋਇਆ, ਇਹ ਕਿਸਾਨ ਅੰਦੋਲਨ ਦਾ ਦਬਦਬਾ ਹੈ ਮੇਰਾ ਖਿਆਲ ਹੈ, ਜਿਹਦੇ ਕਰਕੇ ਉਸ ਪਾਸੇ ਨੂੰ ਗੱਲ ਚੱਲੀ ਹੈ। ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਇਹ ਡਿਮਾਂਡ ਵੀ ਨਾਲ ਦੀ ਨਾਲ ਉਹਦੀ ਗ੍ਰਿਫਤਾਰੀ ਦਾ ਸਵਾਲ, ਉਹਨੂੰ ਅਲਟੀਮੇਟਮ ਦਿੱਤਾ ਭੋਗ ਤੱਕ ਸਾਰੀਆਂ ਗ੍ਰਿਫਤਾਰੀਆਂ ਦਾ, ਤੇ ਨਾਲ ਜਿਹੜਾ ਗ੍ਰਹਿ ਰਾਜ ਮੰਤਰੀ ਆ ਉਹਦੇ ਅਸਤੀਫੇ ਦਾ, ਕਿ ਉਹਨੂੰ ਅਸਤੀਫਾ ਦੇਣਾ ਜ਼ਰੂਰੀ ਹੈ। ਤੇ ਗੱਲ ਵੀ ਇਹ ਸਹੀ ਹੈ, ਜੇ ਉਹ ਸੱਤਾ 'ਚ ਰਹਿੰਦਾ, ਉਹ ਵੀ ਜਿਹਦੇ ਕੰਟਰੋਲ 'ਚ ਸਾਰੀ ਪੁਲਿਸ ਹੁੰਦੀ ਹੈ, ਬਾਕੀ ਹੁੰਦਾ, ਤਾਂ ਨਿਰਪੱਖ ਜਾਂਚ ਕਿਵੇਂ ਹੋ ਸਕਦੀ ਹੈ? ਚਾਹੇ ਤੁਸੀਂ ਕਹਿ ਤਾ ਕਿ ਹਾਈ ਕੋਰਟ ਦਾ ਰਿਟਾਇਰਡ ਜੱਜ ਕਰੇਗਾ, ਪਰ ਗਵਾਹੀਆਂ ਨੂੰ ਭੁਗਤਾਉਣਾ, ਪੁਲਿਸ ਦੇ ਵਿੱਚੋਂ ਤਫਤੀਸ਼ੀ ਏਜੰਸੀ ਦੇ ਵੱਲੋਂ ਕੰਮ ਕਰਨਾ, ਉਹ ਸਾਰਾ ਕੁਝ ਸਭ ਦੇ ਕੰਟਰੋਲ 'ਚ ਹੈ ਨਾ। ਇਹ ਸੰਭਵ ਨਹੀਂ ਹੈ ਇੰਡੀਪੈਂਡੈਂਟ ਜਾਂਚ, ਜੇਕਰ ਉਹ ਆਪਣੇ ਅਹੁਦੇ ਤੇ ਕਾਇਮ ਰਹਿੰਦਾ ਕਿਸੇ ਰੂਪ ਦੇ ਵਿੱਚ ਵੀ। ਇਹ ਵੀ ਬੜੀ ਵੱਡੀ ਮੰਗ ਹੈ ਉਸ ਪੱਧਰ ਦੇ। ਇਸੇ ਕਰਕੇ ਸ਼ਾਇਦ ਕੱਲ ਕਹਿਤ ਨੇ ਵੀ ਇਹ ਦੁਬਾਰਾ ਇਹ ਗੱਲ ਦੁਹਰਾਈ ਹੈ, ਜੇ ਕੋਈ ਮੰਤਰੀ, ਇੱਕ ਬੀਜੇਪੀ ਦੇ ਦੂਜੇ ਮੰਤਰੀ ਨੇ ਕਿਹਾ ਕਿ ਉਹ ਖੁਸ਼ ਨੇ, ਉਹਨਾਂ ਦੇ ਪਰਿਵਾਰ, ਸਮਝੌਤਾ ਹੋ ਗਿਆ 45 ਲੱਖ ਰੁਪਇਆ ਦੇਤਾ, ਉਹਨੇ ਕਿਹਾ ਵੀ ਜੇ ਇਹੀ ਤੁਹਾਡਾ ਮੰਨਣਾ ਹੈ ਤਾਂ ਖਾਤਾ ਦੱਸੋ, ਅਕਾਊਂਟ ਦੱਸੋ, ਅਸੀਂ ਪੈਸੇ ਤੁਹਾਡੇ ਵਾਪਸ ਕਰਦੇ ਆ। ਸਾਡਾ ਮਾਮਲਾ ਇਨਸਾਫ ਲੈਣ ਤੱਕ ਦੀ ਲੜਾਈ ਹੈ। ਇਦੋਂ ਬਾਅਦ ਜਦੋਂ ਸੰਯੁਕਤ ਕਿਸਾਨ ਮੋਰਚਾ 8 ਤਰੀਕ ਦੀ ਮੀਟਿੰਗ ਕਰੇਗਾ, ਉਹਦੇ ਚ ਫਾਈਨਲ ਕੀ ਕਰਨਾ ਹੈ ਤੇ ਭੋਗ ਵਾਲੇ ਦਿਨ ਐਲਾਨ ਕੀ ਕਰਨਾ ਹੈ, ਇਹ ਸਾਰਾ ਫੈਸਲਾ ਇਦੋਂ ਬਾਅਦ ਦੀ ਗੱਲ ਹੈ। ਕਿਉਂਕਿ ਇਹ ਸਾਰੀ ਘਟਨਾਕ੍ਰਮ ਜਿਹੜਾ ਵਾਪਰਿਆ ਹੈ, ਇਹ ਵੱਡੇ ਕਿਸਾਨ ਅੰਦੋਲਨ ਦਾ ਹਿੱਸਾ ਹੈ। ਜਿਹੜਾ ਕਿਸਾਨ ਅੰਦੋਲਨ 3 ਕਾਨੂੰਨਾਂ ਨੂੰ ਲੈ ਕੇ ਤੇ
MSP ਤੇ ਕਾਨੂੰਨ ਦੀ ਗਰੰਟੀ, ਫਸਲ ਖਰੀਦਣ ਦੀ ਗਰੰਟੀ ਦੀ ਗੱਲ ਕਰਦਾ, ਉਹਦੇ ਹਿੱਸੇ ਵਜੋਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਸਾਰੀਆਂ। ਬਿਲਕੁਲ ਉਹਦੇ ਕਰਕੇ ਜਿਸ ਬੰਦਾ ਆ ਗਿਆ, ਕਈ ਸੱਜਣ ਇਹੋ ਜਿਹੇ ਹੈਗੇ ਜਿਹੜੇ ਕਹਿੰਦੇ ਨੇ ਸ਼ਾਇਦ ਇਹ ਕੋਈ ਵਿਕ ਕੇ ਕੋਈ ਫਲਾਨਾ ਕਰ ਲਿਆ ਧਿਮਕਾ। ਮੈਨੂੰ ਲੱਗਦਾ ਕਿ ਬੀਜੇਪੀ ਦੀ ਸਾਜ਼ਿਸ਼ ਹੈ ਕਿ ਕਿਸਾਨ ਮੋਰਚੇ 'ਚ ਕਿਵੇਂ ਫੁੱਟ ਪਏ, ਜਾਂ ਉੱਥੇ ਦੇ ਵਿੱਚ ਵੀ ਕਿਸਾਨਾਂ ਦੇ ਵਿੱਚ ਵੀ ਕੇਵਲ ਤਰਾਈ ਦੇ ਜਿਹੜੇ ਸਿੱਖ ਕਿਸਾਨ ਨੇ ਉਹਨਾਂ ਨੂੰ ਦੂਜੇ ਕਿਸਾਨਾਂ ਤੋਂ ਅਲੱਗ ਕਰ ਦਿੱਤਾ ਜਾਏ, ਯੂਪੀ ਦੇ ਬਾਕੀ ਦੇ ਕਿਸਾਨਾਂ ਨਾਲੋਂ, ਜਾਂ ਬਾਕੀ ਦੇ ਲੋਕ ਜਿਹੜੇ ਆ ਰਹੇ ਨੇ। ਜਿਹੜੀ ਗੱਲ ਕਿਸਾਨ ਮੋਰਚੇ ਨੇ ਮੁਜ਼ੱਫਰਨਗਰ ਰੈਲੀ ਦੇ ਵਿੱਚ ਬੋਲੀ, ਜੇ ਤੋੜेंगे हम जोड़ेंगे, ਜਿਹੜੀ ਉਸ ਰੈਲੀ ਦੇ ਵਿੱਚ ਇਹਨਾਂ ਨੇ ਜੋੜੀ ਕਿ ਬੀਜੇਪੀ ਨੂੰ ਯੂਪੀ ਚੋਂ ਅਸੀਂ ਹਰਾਉਣ ਦਾ ਕੰਮ ਕਰਾਂਗੇ। ਔਰ ਜਦੋਂ ਹੁਣ ਅੰਦੋਲਨ ਨੂੰ ਪੂਰਬੀ ਯੂਪੀ ਦੇ ਵਿੱਚ ਵੀ ਸਪੋਰਟ ਮਿਲਣ ਲੱਗੀ ਤਾਂ ਇਹ ਇੱਕ ਸਾਜ਼ਿਸ਼ ਦੇ ਰੂਪ ਦੇ ਵਿੱਚ IT ਸੈੱਲ ਵੀ ਹੋ ਸਕਦਾ, ਬਾਕੀ ਉਹਨਾਂ ਦਾ ਡਿਜ਼ਾਈਨ ਹੈ, ਪਾਵਰ ਹੈ, ਬਥੇਰਾ ਕੁਝ ਹੈ, ਸਾਰਾ ਕੁਝ, ਤੇ ਤੁਸੀਂ ਉਹਨੂੰ ਭੁਗਤਾਉਣ ਦੇ ਲਈ ਆਪਣਾ ਜ਼ੋਰ ਲਾਉਂਦੇ ਰਹੋ। ਪਰ ਮੈਨੂੰ ਲੱਗਦਾ ਇਹੋ ਜਿਹੇ ਜਜ਼ਬਾਤੀ ਮੌਕਿਆਂ ਤੇ, ਦੇਖੋ ਜਜ਼ਬਾਤ ਹੈ ਔਰ ਬੰਦੇ ਮਰੇ ਨੇ, ਨੌਜਵਾਨ ਮੁੰਡੇ ਮਰ ਗਏ ਨੇ ਉਹਨਾਂ ਪਰਿਵਾਰਾਂ ਦੇ, ਉਹ ਵਾਪਸ ਨਹੀਂ ਆ ਸਕਦੇ। ਔਰ ਜਿਹੜੇ ਸੱਜਣ ਕਈ ਵਾਰ ਫੇਸਬੁੱਕ ਤੇ ਕਹਿੰਦੇ ਨੇ ਵਾਪਸ ਨਹੀਂ ਆ ਸਕਦੇ, ਆਹ ਕਰੋ ਆਹ ਕਰੋ, ਮੈਨੂੰ ਲੱਗਦਾ ਉਹਨਾਂ ਨੂੰ ਜਾਣਾ ਚਾਹੀਦਾ, ਆਪ ਆਪਣੇ ਤਰੀਕੇ ਨਾਲ ਅੰਦੋਲਨ 'ਚ ਕੋਈ ਰੋਲ ਪਲੇ ਕਰਨਾ ਚਾਹੀਦਾ, ਜਾਂ ਇੰਡੀਪੈਂਡੈਂਟ ਕਰ ਲੇ, ਕਿਸੇ ਤੇ ਕੋਈ ਰੋਕ ਨਹੀਂ ਹੈ, ਜਾਂ ਕੋਈ ਅਲਟਰਨੇਟਿਵ ਦੱਸੇ ਕਿ ਉਸ ਸਮੇਂ 'ਚ ਆਹ ਹੋ ਸਕਦਾ ਸੀ, ਆਹ ਨਹੀਂ ਸੀ ਹੋ ਸਕਦਾ, ਕੋਈ ਵੀ ਤਰੀਕੇ ਉਹ ਨੇ। ਔਰ ਅੰਦੋਲਨ ਹਮੇਸ਼ਾ ਮੌਜੂਦ, ਕੋਈ ਕਹਿੰਦਾ ਬਾਕੀ ਲੀਡਰ ਕਿੱਥੇ ਨੇ ਕਿੱਥੇ ਨਹੀਂ ਹੈ, ਔਰ ਉੱਥੇ ਕਿੰਨੇ ਲੀਡਰ ਗਏ ਵੀ ਨੇ, ਰੁੜਦੂ ਸਿੰਘ ਉੱਥੇ ਸੀ, ਡੱਲੇਵਾਲ ਵਗੈਰਾ ਉਧਰ ਨੂੰ ਜਾ ਰਹੇ ਸੀ ਜੀ, ਚੜੂਨੀ ਭੇਸ ਬਦਲ ਕੇ ਪਹਿਲਾਂ ਫੜ ਕੇ ਪਿੱਛੇ ਕਰਤਾ ਤੇ ਉਹ ਜਾ ਰਿਹਾ ਸੀ। ਰਾਜੇਵਾਲ ਕਿੱਥੇ ਹੈ ਇਹ ਦੱਸੋ ਜੀ, ਉਹਦੀ ਭਰਜਾਈ ਦਾ ਕੱਲ ਭੋਗ ਸੀ, ਸਭ ਨੂੰ ਪਤਾ ਹੈ, ਮਤਲਬ ਡੈਥ ਹੋਈ ਹੈ ਪਰਿਵਾਰ 'ਚ, 2 ਦਿਨ ਇੱਧਰ ਆ ਗਿਆ ਉੱਥੇ ਨਹੀਂ ਗਿਆ। ਮਤਲਬ ਕੱਲੀ ਕੱਲੀ ਗੱਲ ਬਿਨਾਂ ਜਾਣੇ ਜਿਹੜੀਆਂ ਚੀਜ਼ਾਂ ਸੀ ਬਹੁਤ ਜ਼ਿਆਦਾ ਉਭਾਰ ਦਿੰਦੇ ਨਾ, ਪਤਾ ਨਹੀਂ ਆਹ ਨਹੀਂ ਆਹ ਨਹੀਂ ਆਹ ਨਹੀਂ, ਤੇ ਇੱਕ ਕਿਤੇ ਘਟਨਾ ਵਾਪਰਦੀ ਹੈ ਤੇ ਉੱਥੇ ਬਹੁਤ ਬਾਕੀ ਪੰਜਾਬੀਆਂ ਤੇ ਹੀ ਉਸ ਯੂਪੀ ਸਰਕਾਰ ਨੇ ਜਾੜ ਤੇ ਪਾਬੰਦੀ ਲਾਤੀ ਕਿਸੇ ਵੀ ਰੂਪ 'ਚ। ਤੇ ਕੁਝ ਸੱਜਣ ਇਹ ਕਹਿੰਦੇ ਨੇ ਫਿਰ ਸ਼ਿਕਾਇਤ ਨੂੰ ਕਿਵੇਂ ਜਾਣ ਦਿੱਤਾ, ਬਾਕੀ ਨੂੰ ਕਿਵੇਂ ਜਾਣ ਦਿੱਤਾ। ਮੈਨੂੰ ਇਹ ਲੱਗਦਾ ਕਿ ਇਹ ਅੰਦੋਲਨਾਂ ਦੀ ਸਮਝਦਾਰੀ ਜਿਨ੍ਹਾਂ ਨੂੰ ਨਹੀਂ ਹੈ ਉਹ ਸਾਰੇ ਬੰਦੇ ਇਹ ਕਰਦੇ ਨੇ। ਈਵਨ ਖਾੜਕੂ ਮੂਵਮੈਂਟਾਂ ਦੇ ਵਿੱਚ ਵੀ ਜਦੋਂ ਕੋਈ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ, ਗੱਲਬਾਤ ਕਰਨੀ ਹੈ, ਜੇਲ੍ਹਾਂ ਚੋਂ ਕੱਢ ਕੇ ਵੀ ਲੀਡਰਾਂ ਨੂੰ ਲਿਜਾ ਕੇ ਸਰਕਾਰਾਂ ਗੱਲ ਕਰਦੀਆਂ, ਉਹਨਾਂ ਨਾਲ ਹੀ ਕਰਨਗੇ ਨਾ ਜਿਹਨਾਂ ਨਾਲ ਕਲੈਸ਼ ਹੈ, ਜਿਹਦੇ ਨਾਲ ਨਹੀਂ ਹੈ ਉਹਨੂੰ ਤਾਂ ਕੀ ਰੋਕਣਾ ਹੁੰਦਾ। ਜਿਹਦੇ ਨਾਲ ਕੋਈ ਰਾਬਤਾ ਹੈ, ਵੱਡੇ ਲੀਡਰ ਆਉਣ ਬੈਠ ਕੇ ਕੋਈ ਗੱਲ ਹੋ ਜੇ ਤਾਂ ਉਹੀ ਤਰੀਕਾ ਹੁੰਦਾ ਕਿ ਨੈਗੋਸ਼ੀਏਸ਼ਨ 'ਚ ਕਿਸੇ ਨੂੰ ਤਾਂ ਪਾਰਟਿਸਿਪੇਟ ਕਰਾਓਗੇ, ਕਿਸੇ ਨੂੰ ਹਿੱਸੇਦਾਰ ਬਣਾਓਗੇ। ਮਤਲਬ ਕੁਝ ਗੱਲਾਂ ਬੇਮਾਨੇ ਦੇ ਤੌਰ ਤੇ ਮੇਰੇ ਖਿਆਲ ਪੇਸ਼ ਕੀਤੀਆਂ ਜਾ ਰਹੀਆਂ ਨੇ ਤੇ ਇਸ ਪਾਸੇ ਵੱਲ ਨੂੰ। ਤੇ ਅੱਜ ਦੇ ਦੌਰ ਦੇ ਵਿੱਚ ਮੇਰਾ ਖਿਆਲ ਹੈ ਕੋਈ ਲੀਡਰ ਜਿਹੜਾ ਹੈ ਜਿਹਨੂੰ ਇੰਨੀ ਮਾਨਤਾ ਲੋਕਾਂ ਵੱਲੋਂ ਮਿਲੀ ਹੋਈ ਹੈ, ਉਹ ਇੰਨੀ ਹਿੰਮਤ ਨਹੀਂ ਜੁਟਾ ਸਕਦਾ ਕਿ ਅੰਦੋਲਨ ਵੇਚ ਜੇ। ਕਿਸੇ ਇਕੱਲੇ ਅੰਦੋਲਨ ਲੀਡਰ ਦੇ ਪੱਖ 'ਚ ਨਹੀਂ ਹੈ ਇਹ ਜੀ, ਬਿਲਕੁਲ, ਔਰ ਕਰ ਵੀ ਨਹੀਂ ਸਕਦਾ, ਜੇਕਰ ਚਾਹੇ ਵੀ ਮੇਰਾ ਖਿਆਲ ਹੈ ਤਾਂ ਵੀ ਨਹੀਂ ਕਰ ਸਕਦਾ। ਔਰ ਇਸ ਕਰਕੇ ਇਸ ਨੂੰ ਸਿਰੇ ਕਿਵੇਂ ਲਾਉਣਾ, ਹੁਣ ਅਗਲੀ ਰਣਨੀਤੀ ਉੱਥੋਂ ਆਏਗੀ। ਸੁਪਰੀਮ ਕੋਰਟ ਕੀ ਕਹਿੰਦੀ ਹੈ ਇਹ ਹੈ, ਪਰ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਉੱਥੇ ਆਉਂਦੇ ਨੇ ਲਖਨਊ ਦੇ ਵਿੱਚ 75ਵੇਂ ਸਾਲ ਆਜ਼ਾਦੀ ਦੇ, ਮੈਂ ਇਹ ਕਰੂੰਗਾ ਉਹ ਕਰੂੰਗਾ, ਸਾਰਾ ਕੁਝ ਕਰਦੇ ਨੇ, ਇੱਕ ਸ਼ਬਦ ਨਹੀਂ ਬੋਲਿਆ ਅੱਜ ਤੱਕ। ਜਿਵੇਂ ਪ੍ਰਧਾਨ ਮੰਤਰੀ ਨੇ ਪਹਿਲਾਂ 700 ਕਿਸਾਨ ਸ਼ਹੀਦ ਹੋਇਆ ਉਹਦੇ ਤੇ ਇੱਕ ਸ਼ਬਦ ਨਹੀਂ ਕਦੇ ਬੋਲਿਆ, ਉਵੇਂ ਇਸ ਵੱਡੇ ਦੁਖਾਂਤ ਤੇ ਵੀ ਕਦੇ ਨਹੀਂ ਬੋਲਿਆ। ਤੇ ਇਹ ਇੱਕ ਸੰਵੇਦਨਹੀਣਤਾ ਦਾ ਬੜਾ ਵੱਡਾ ਨਮੂਨਾ ਹੈ ਕਿ ਤੁਸੀਂ ਗੱਲ ਤੱਕ ਨਹੀਂ ਕਰ ਰਹੇ ਕਿ ਕਿਤੇ ਕਤਲੇਆਮ ਹੋ ਚੁੱਕੇ, ਆ ਚੀਜ਼ਾਂ ਵਾਪਰ ਰਹੀਆਂ ਨੇ। ਇਹੀ ਚੁਣੌਤੀ ਹੈ ਸਾਰੇ ਸਮਾਜ ਦੇ ਸਾਹਮਣੇ, ਇਕੱਲੇ ਕਿਸਾਨਾਂ ਦੇ ਸਾਹਮਣੇ ਨਹੀਂ, ਜਿਹੜੇ ਕਿਸਾਨਾਂ ਤੋਂ ਅਲੱਗ ਵਰਗ ਨੇ। ਕੱਲ ਨੂੰ ਇਹ ਘਟਨਾਵਾਂ ਉਹਨਾਂ ਦੇ ਵਰਗਾਂ ਨਾਲ ਵੀ ਵਾਪਰਦੀਆਂ ਨੇ, ਬਾਰ-ਬਾਰ ਵਾਪਰਦੀਆਂ ਨੇ ਦੇਸ਼ ਦੇ ਵਿੱਚ। ਤੇ ਜੇ ਇੰਨੇ ਢੀਠਤਾਈ ਨਾਲ ਸਰਕਾਰਾਂ ਚੱਲਣਗੀਆਂ ਤਾਂ ਜ਼ਿੰਦਗੀ ਦਾ ਜਿਉਣਾ ਮੁਹਾਲ ਜਿਹੜਾ ਹੋ ਰਿਹਾ ਦੇਸ਼ ਦੇ ਵਿੱਚ, ਇਹ ਹੋਰ ਜ਼ਿਆਦਾ ਮਤਲਬ ਇਸ ਪਾਸੇ ਵੱਲ ਔਖਿਆਈਆਂ ਵਧਣਗੀਆਂ। ਸਾਰੇ ਲੋਕਾਂ ਨੂੰ ਇਹਦੇ ਤੇ ਸੋਚਣ ਦੀ ਲੋੜ ਜੀ। ਹਮੀਰ ਸਿੰਘ ਜੀ, ਜਿਹੜੇ ਕਈ ਚਰਚਾਵਾਂ ਇਹ ਹੋ ਰਹੀਆਂ ਨੇ ਕਿ ਕਿਸਾਨ ਆਗੂਆਂ ਨੂੰ, ਰਾਜੇਵਾਲ ਸਾਹਿਬ, ਟਕੈਤ ਸਾਹਿਬ, ਜਿਹੜੇ ਵੱਡੇ ਲੀਡਰ ਨੇ, ਇਹਨਾਂ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਤੇ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਤੋਂ ਸਮਾਂ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਦੇ ਧਿਆਨ 'ਚ ਲਿਆ ਕੇ, ਭਾਵੇਂ ਉਹਨਾਂ ਦੇ ਧਿਆਨ ਵਿੱਚ ਹੈ ਪਰ ਫਿਰ ਵੀ ਇੱਕ ਜਿਹੜੀ ਗੱਲਬਾਤ ਦਾ ਤਰੀਕਾ ਹੁੰਦਾ ਉਵੇਂ ਕਰਕੇ ਇਸ ਮਸਲੇ ਦੇ ਉੱਤੇ ਕਿਸੇ ਨਾ ਕਿਸੇ ਠੋਸ ਰਣਨੀਤੀ ਤੇ ਪਹੁੰਚਿਆ ਜਾਏ। ਤੇ ਨਾਲੋਂ ਨਾਲ ਕਈ ਇਹ ਵੀ ਕਹਿੰਦੇ ਨੇ ਕਿ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹਨਾਂ ਦਾ ਸੰਸਕਾਰ ਨਹੀਂ ਸੀ ਹੋਣਾ ਚਾਹੀਦਾ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਇੱਕ ਹੋਰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਸੀ। ਮਤਲਬ ਕਿ ਲਾਸ਼ਾਂ ਤੇ ਸਿਆਸਤ ਦੀ ਗੱਲ ਸਮਝ ਲਈਏ ਆਪਾਂ। ਨਹੀਂ, ਸਿਆਸਤ ਨਹੀਂ ਹੈ, ਆਪੋ ਆਪਣੇ ਜਜ਼ਬਾਤ ਨੇ। ਜਿਹੜਾ ਵੀ ਬੰਦਾ ਇਹ ਰਾਏ ਦਿੰਦਾ ਕਿ ਲਾਸ਼ਾਂ ਉਦੋਂ ਤੱਕ ਰੱਖੋ, ਉਹ ਆਪਣੇ ਘਰ ਲਾ ਕੇ ਦੇਖੇ ਕਿ ਉਹਨਾਂ ਦੇ ਬੰਦਾ ਕੋਈ ਐਂ ਡੈਡ ਬਾਡੀ ਪਈ ਹੋਵੇ
ਤਾਂ ਉਹ ਕਿੰਨਾ ਚਿਰ ਅਫੋਰਡ ਕਰ ਸਕਦੇ ਨੇ, ਕਿੰਨਾ ਚਿਰ ਆਪਣੇ ਦਿਮਾਗ ਤੋਂ ਕਹਿ ਸਕਦੇ ਨੇ ਵੀ ਕੋਈ ਸਾਨੂੰ ਫਰਕ ਨਹੀਂ ਪੈਂਦਾ। ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈ। ਨਾਰਮਲੀ ਹੱਦ ਤੱਕ ਤਾਂ ਘਰਾਂ 'ਚ ਰੋਟੀ ਨਹੀਂ ਪੱਕਦੀ ਨੌਜਵਾਨ ਮੁੰਡਿਆਂ ਦੀ ਜਦੋਂ ਮੌਤ ਹੋ ਜਾਂਦੀ ਹੈ, ਜਾਂ ਕੁੜੀਆਂ ਜਿਹਦੇ ਵੀ ਉਹ ਹੁੰਦੀ ਹੈ, ਜਿੰਨਾ ਚਿਰ ਸੰਸਕਾਰ ਨਹੀਂ ਕਰਦੇ ਉਦੋਂ ਤੱਕ ਉਹਨੂੰ ਆਪਣਾ ਮੰਨਿਆ ਜਾਂਦਾ ਹੈ। ਉਨਾ ਚਿਰ ਘਰ ਦੇ ਵਿੱਚ ਕੋਈ ਹੋਰ ਧੰਦਾ ਕਾਰੋਬਾਰ ਸ਼ੁਰੂ ਨਹੀਂ ਹੁੰਦਾ ਜਿੰਨਾ ਚਿਰ ਉਹ 70 ਵਿਸ਼ੇ ਪਏ ਹੁੰਦੇ ਨੇ। ਈਵਨ ਭੋਗ ਤੱਕ ਵੀ, ਸੰਸਕਾਰ ਤੱਕ ਤਾਂ ਹੁੰਦਾ, ਉਹਦਾ ਭੋਗ ਤੱਕ ਵੀ। ਉਸ ਸੱਭਿਆਚਾਰ ਨੂੰ ਸਮਝਣ ਦਾ ਵੀ ਇੱਕ ਜ਼ਰੂਰਤ ਹੈ। ਅੰਦੋਲਨ ਹੋਏਗਾ, ਅੰਦੋਲਨ ਹੋਰਾਂ ਤਰੀਕਿਆਂ ਨਾਲ ਵੀ ਮਤਲਬ ਲਗਾਤਾਰ ਚੱਲ ਰਿਹਾ ਹੈ। ਅੰਦੋਲਨ ਨੂੰ ਤਾਂ ਹੁਣ 1 ਸਾਲ ਹੋ ਗਿਆ, ਸਾਲ ਤੱਕ ਹੋ ਸਕਦਾ, ਸਾਲ ਹੋਰ ਲੱਗ ਜੇ ਤਾਂ ਡੈਡ ਬੋਡੀ 'ਚ ਤੁਸੀਂ ਇੰਨਾ ਲੰਬਾ ਸਮਾਂ ਤੱਕ ਇਹ ਕਰ ਸਕਦੇ ਹੋ ਕਦੇ ਵੀ ਉਸ ਮਾਮਲੇ 'ਚ। ਜਿਹੜੇ ਇਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਅੰਮ੍ਰਿਤਸਰ ਤੋਂ ਟਾਈਮ ਲੈ ਕੇ ਹਜ਼ਾਰਾਂ ਬੰਦਾ ਬੈਠਾ ਹੋਇਆ ਉੱਥੇ ਗੱਲਬਾਤ ਕਰਨ ਲਈ, ਰੋਜ਼ ਚਿੱਠੀ ਲਿਖੀ ਹੈ ਕਿ ਸਾਡੇ ਨਾਲ ਉਹਦੇ ਨਹੀਂ ਲੜੋ, ਔਰ ਉਹ ਕਿਸ ਮੂੰਹ ਨਾਲ ਦੁਬਾਰਾ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਤੋਂ ਜਾ ਕੇ ਟਾਈਮ ਲਓ। ਉਹ ਕਿਹੜਾ ਟੈਲੀਫੋਨ ਹੈ ਜਿਹਦੇ ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਤਾਂ ਇੱਕ ਕਾਲ ਦੂਰ ਆ, ਜਦੋਂ ਵੀ ਕਰ ਲਾਂਗੇ। ਜਦੋਂ ਇਸ ਟਾਈਪ ਦੀ ਢੀਠਤਾ ਹੀ ਆਗੂਆਂ 'ਚ ਹੋਵੇ ਤਾਂ ਅੰਦੋਲਨ ਦੇ ਦਮ ਤੇ ਹੀ ਆਗੂਆਂ ਨੂੰ ਬੁਲਾਉਣਾ ਪਊਗਾ। ਜਦੋਂ ਉਦੋਂ ਲੀਡਰ ਜਾਂਦੇ ਨੇ, ਉਦੋਂ ਪਹਿਲਾਂ ਨਾਰਮਲ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਇਹ ਕਿਹਾ ਜਾਂਦਾ ਹੈ ਕਿ ਪਹਿਲਾਂ ਚਿੱਠੀ ਲਿਖੋ, ਫਿਰ ਚਿੱਠੀ ਤੋਂ ਬਾਅਦ ਡੈਪੂਟੇਸ਼ਨ ਮਿਲੋ, ਫਿਰ ਧਰਨੇ ਦਾ ਦਿਓ, ਫਿਰ ਉਦੋਂ ਬਾਅਦ ਅਗਲੀ ਸੱਦਾ ਦਿਓ, ਉਹ ਸਾਰੀਆਂ ਹੱਦਾਂ ਤਾਂ ਪਾਰ ਹੋ ਚੁੱਕੀਆਂ ਨੇ। ਔਰ ਕਿਸ ਤਰੀਕੇ ਦੇ ਨਾਲ ਜਾ ਕੇ ਮਤਲਬ ਉਹ ਅੰਦੋਲਨ ਉਸ ਲੈਵਲ ਤੇ ਹੋਏਗਾ, ਇਹ ਤਾਂ ਸਵਾਲ ਕਿ ਇਦੋਂ ਅਗਲਾ ਅੰਦੋਲਨ ਦਾ ਰੂਪਰੇਖਾ ਕੀ ਹੋਏਗੀ, ਅੰਦੋਲਨ ਦੇ ਆਗੂ ਉਹ ਤੈਅ ਕਰਨਗੇ। ਹੁਣ ਮੁੜ ਕੇ ਤਾਂ ਅਮਿਤ ਸ਼ਾਹ ਤੇ ਮੋਦੀ ਦੇ ਪੈਰਾਂ 'ਚ ਜਾ ਕੇ ਡਿੱਗਿਆ ਨਹੀਂ ਨਾ ਜਾ ਸਕਦਾ, ਆਪਣੇ ਆਪ ਤੇ ਉਹ ਕਹਿਣ ਨਾ ਕਹਿਣ, ਇਹ ਤਾਂ ਕੋਈ ਗੱਲ ਨਹੀਂ ਕਿਸੇ ਵੀ ਲੈਵਲ ਦੀ ਹੋ ਸਕਦੀ ਕਦੇ। ਔਰ ਜੇਕਰ ਉਹ ਉਹਨਾਂ ਦੇ ਘਰਾਂ 'ਚ ਨਹੀਂ ਆ ਸਕਦਾ, ਸੰਵੇਦਨਾ ਪ੍ਰਗਟ ਨਹੀਂ ਕਰ ਸਕਦਾ ਕਿ ਬੰਦੇ ਮਰੇ ਨੇ, ਇਸ ਢੰਗ ਨਾਲ ਕੁਚਲੇ ਗਏ ਨੇ, ਉਹ ਆਪਣੇ ਹੋਮ ਮਿਨਿਸਟਰ ਨੂੰ ਅਜੇ ਤੱਕ ਅੜੇ ਹੋਏ ਨੇ ਕਿ ਉਹ ਆਪਣੇ ਅਹੁਦੇ ਤੇ ਰਹੂਗਾ, ਤੇ ਉਹਨੂੰ ਹਟਾ ਨਹੀਂ ਰਹੇ ਕਿਸੇ ਵੀ ਰੂਪ ਦੇ ਵਿੱਚ। ਜਿਹਦਾ ਮੁੰਡਾ ਇਨਵੋਲਵ ਹੈ ਸਿੱਧੇ ਤੌਰ ਤੇ FIR ਦੇ ਵਿੱਚ, ਉਹਦਾ ਨਾਮ ਹੈ, ਉਹਦੀ ਅਰੈਸਟ ਕਰਾਉਣ ਲਈ ਅਜੇ ਨਹੀਂ ਕਹਿ ਰਹੇ, ਤਾਂ ਉਹਨਾਂ ਤੋਂ ਕੀ ਉਮੀਦ ਹੈ ਕਿਸੇ ਇਸ ਲੈਵਲ ਦੇ ਉੱਤੇ। ਇਸ ਕਰਕੇ ਇਹ ਨਹੀਂ ਹੈ ਤਰੀਕਾ ਸੰਭਵ। ਮੈਨੂੰ ਲੱਗਦਾ ਜਿਹੜਾ ਤਰੀਕਾ ਹੈ ਭੋਗ ਤੱਕ, ਭੋਗ ਜਦੋਂ ਇੱਕ ਆਪਾਂ ਕਹਿੰਦੇ ਆ ਕਿ ਪੂਰਾ ਰਸਮਾਂ ਪੂਰੀਆਂ ਹੋ ਜਾਂਦੀਆਂ ਨੇ, ਉਦੋਂ ਬਾਅਦ ਅੰਦੋਲਨ ਦੇ ਜਿਹੜਾ ਰੂਪ ਦੇਸ਼ ਪੱਧਰ ਦੇ ਵਿੱਚ ਕੀ ਹੋਏਗਾ, ਇੱਥੇ ਕੀ ਹੋਏਗਾ, ਉਹ ਕਿਸਾਨ ਅੰਦੋਲਨ ਦੇ ਲੀਡਰ ਬੈਠ ਕੇ ਤੈਅ ਕਰਨਗੇ। ਉਹੀ ਠੀਕ ਮੁਕਾਬਲਤਨ ਰਸਤਾ ਹੈ। ਜਿਨ੍ਹਾਂ ਨੇ ਸੁਝਾਅ ਦੇਣੇ ਨੇ ਉਹ ਆਗੂਆਂ ਨੂੰ ਦੇ ਸਕਦੇ ਨੇ ਕਿ ਕੀ ਅੰਦੋਲਨ ਹੋਣਾ ਚਾਹੀਦਾ, ਉਹਦਾ ਰੂਪ ਕੀ ਹੋਣਾ ਚਾਹੀਦਾ। ਡੈਮੋਕ੍ਰੇਸੀ ਹੈ, ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਪਰ ਜਿਹੜਾ ਇਹ ਕਹਿਣਾ ਫਲਾਨਾ ਐ ਨਹੀਂ ਕਰਦਾ, ਜਾਣਬੁੱਝ ਕੇ ਨਹੀਂ ਕਰਦਾ, ਡਰ ਕੇ ਨਹੀਂ ਆਇਆ, ਫਲਾਨਾ ਵਿਕ ਕੇ ਨਹੀਂ ਆਇਆ, ਇਹ ਤੁਹਮਤਬਾਜ਼ੀ ਹੁੰਦੀ ਹੈ ਬਾਹਰੋਂ ਜਿਹੜੀ ਲੱਗ ਰਹੀ ਹੈ। ਇਹ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਤੁਹਮਤਬਾਜ਼ੀ ਉਹਨਾਂ ਦੇ ਇਨਸਾਫ ਦੇ ਰਸਤੇ ਦਾ ਵੀ ਰੋੜਾ ਬਣੇਗੀ ਜਿਹੜੇ ਨੌਜਵਾਨ ਇਸ ਪੱਧਰ ਦੇ ਉੱਤੇ ਸ਼ਹੀਦ ਹੋਏ। ਜੀ ਬਿਲਕੁਲ। ਇਸ ਘਟਨਾ ਤੋਂ ਬਾਅਦ ਹਮੀਰ ਸਿੰਘ ਜੀ, ਜਿਹੜੀਆਂ ਚਰਚਾਵਾਂ ਉਹ 1984 ਕਤਲੇਆਮ ਜਿਹਦੇ ਵਿੱਚ ਸਿੱਖਾਂ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ ਗਿਆ, ਇਧਰਲੇ ਪਾਸੇ 26 ਜਨਵਰੀ ਦੀ ਘਟਨਾ, ਉਦੋਂ ਵੀ ਕਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਖਾਲਿਸਤਾਨੀ ਤੱਕ ਕਿਹਾ ਗਿਆ, ਤੇ ਇਹ ਹੁਣ ਜਦੋਂ ਲਖੀਮਪੁਰ 'ਚ ਵਾਪਰਦੀ ਹੈ, ਇੱਥੇ ਵੀ ਕਹਿੰਦੇ 4 ਸਿੱਖਾਂ ਦਾ ਦਰੜਿਆ ਜਾਣਾ। ਇੱਕ ਚਰਚਾ ਸ਼ੁਰੂ ਹੋ ਗਈ ਕਿ ਜਾਣਬੁੱਝ ਕੇ ਸਿੱਖਾਂ ਨੂੰ ਹੀ ਅੱਗੇ ਧੱਕਿਆ ਜਾ ਰਿਹਾ, ਸਿੱਖਾਂ ਨੂੰ ਹੀ ਕੁਰਬਾਨ ਹੋਣ ਦੇ ਲਈ ਅੱਗੇ ਕੀਤਾ ਜਾ ਰਿਹਾ। ਲੀਡਰ ਜਿਹੜੇ ਨੇ ਉਹ ਆਪ ਕਿਉਂ ਨਹੀਂ ਅੱਗੇ ਉਸ ਮੈਦਾਨ ਦੇ ਵਿੱਚ ਰਹਿੰਦੇ? ਕੋਈ ਉਹਨਾਂ ਦੇ ਪਰਿਵਾਰ ਨੂੰ ਇਹੋ ਜਿਹੀ ਕੋਈ ਵੱਡੀ ਟ੍ਰੈਜਡੀ ਨਹੀਂ ਹੁੰਦੀ, ਹਾਲਾਂਕਿ ਹੋਣੀ ਨਹੀਂ ਚਾਹੀਦੀ, ਪਰ ਫਿਰ ਵੀ ਚਰਚਾਵਾਂ ਕਿ ਆਖਿਰਕਾਰ ਸਿੱਖ ਹੀ ਨਿਸ਼ਾਨੇ ਤੇ ਕਿਉਂ ਨੇ? ਸਰਕਾਰਾਂ ਦੇ, ਸਿਆਸਤਦਾਨਾਂ ਦੇ, ਹਰ ਕੁਰਬਾਨੀ ਜਿਹੜੀ ਹੈ ਉਹ ਸਿੱਖ ਹੀ ਦੇ ਰਿਹਾ। ਭਾਵੇਂ ਇੱਥੋਂ 600 ਤੋਂ ਵੱਧ ਜਿਹੜੀਆਂ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਹੋ ਚੁੱਕੀਆਂ ਨੇ, ਉਹ ਵੀ ਪੰਜਾਬ ਤੋਂ ਨੇ, ਬਹੁਤ ਗਿਣਤੀ ਜਿਹੜੇ ਨੇ, ਤੇ ਉਧਰਲੇ ਪਾਸੇ ਹੁਣ ਇਹ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗਿਣ ਮਿੱਥ ਕੇ ਕਹਿੰਦੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਸਾਰਾ ਕੁਝ ਹੋ ਰਿਹਾ। ਨਹੀਂ, ਮੈਨੂੰ ਲੱਗਦਾ ਇਹ ਵੀ ਅਸੀਂ ਅੱਖਾਂ ਬੰਦ ਕਰੀਆਂ ਹੋਈਆਂ ਨੇ ਬੀਜੇਪੀ ਦੇ ਟੋਟਲ ਡਿਜ਼ਾਈਨ ਦੇ ਖਿਲਾਫ। ਜੰਮੂ ਕਸ਼ਮੀਰ 370 ਤੋੜੀ ਹੈ, ਇੱਕ ਸਟੇਟ ਖਤਮ ਕਰਤੀ, ਉਹ ਸਿੱਖਾਂ ਕਰਕੇ ਕੀਤੀ। ਔਰ ਜੇਕਰ 15 ਬੁੱਧੀਜੀਵੀ ਤੇ ਸੋਸ਼ਲ ਕਾਰਕੁਨ ਜਿਹੜੇ ਲੋਕਾਂ ਲਈ, ਟ੍ਰਾਈਬਲ ਲਈ ਕੰਮ ਕਰਦੇ ਨੇ, ਉਹ ਝੂਠੇ ਕੇਸਾਂ ਦੇ ਅੰਦਰ 2-2 ਸਾਲ ਤੋਂ ਬੰਦ ਨੇ, ਉਹ ਕੱਲੇ ਸਿੱਖਾਂ ਕਰਕੇ ਕੀਤੀ। ਮੁਸਲਮਾਨ ਨੂੰ ਤਾਂ ਜ਼ੁਬਾਨ ਨਹੀਂ ਕੱਢਣ ਦੀ, ਆਪਣੀ ਜ਼ੁਬਾਨ ਤੋਂ ਕੋਈ ਗੱਲ ਕੱਢਣ ਦਾ ਹੁਕਮ ਇਸ ਦੇਸ਼ ਦੇ ਵਿੱਚ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜੇ ਵਿਚਾਰਧਾਰਕ ਵਿਰੋਧੀ ਨੇ, ਇਹ RSS ਤੇ ਬੀਜੇਪੀ ਦਾ ਡਿਜ਼ਾਈਨ ਹੈ ਕਿ ਜਿਹੜਾ ਵੀ ਕੋਈ ਬੋਲੂਗਾ ਉਹ ਸਿੱਖ ਹੋ ਸਕਦਾ। ਇਹ ਠੀਕ ਹੈ ਕਿ ਇਹ ਅੰਦੋਲਨ ਬਤੌਰ ਸਿੱਖਾਂ ਦਾ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਵੀ ਵੱਡਾ ਰੋਲ ਹੈ। ਇੱਕ ਕਮਿਊਨਿਟੀ ਹੈ, ਵਾਈਬ੍ਰੈਂਟ ਕਮਿਊਨਿਟੀ ਹੈ। ਇਹ ਕਮਿਊਨਿਟੀ ਹਮੇਸ਼ਾ ਜ਼ੁਲਮ ਦੇ ਖਿਲਾਫ ਜ਼ਿਆਦਾ ਅੱਗੇ ਰਹੀ ਹੈ।
ਜਦ ਤੇ ਵਿਜੀਬਲ ਵੀ ਹੈ, ਇਹ ਦਿਖਦੀ ਵੀ ਹੈ ਪੱਗ ਦੇ ਤੌਰ ਤੇ ਜ਼ਿਆਦਾ ਦੂਜਿਆਂ ਦੇ ਮੁਕਾਬਲੇ, ਤਾਂ ਜਿੰਨਾ ਹਿੱਸਾ ਤੁਹਾਡਾ ਉਹਨਾਂ ਗੱਲਾਂ 'ਚ ਹੈਗਾ ਉਸੇ ਹਿੱਸੇ ਦਾ ਤੁਸੀਂ ਤਸੱਦਦ ਵੀ ਝੱਲਦੇ ਹੋ। ਔਰ ਮੈਨੂੰ ਲੱਗਦਾ ਕਿ ਸਿੱਖ ਹਿਸਟਰੀ 'ਚ ਮਾਣ ਕਰਦੇ ਰਹੇ ਨੇ ਇਸ ਗੱਲ ਤੇ ਕਿ ਅਸੀਂ, ਕਿਉਂਕਿ ਮਨੁੱਖਤਾ ਦੇ ਲਈ ਆ, ਸਾਡੇ ਗੁਰੂਆਂ ਨੇ ਕੁਰਬਾਨੀ ਦਿੱਤੀ ਹੈ, ਉਹਨਾਂ ਨੇ ਅਹਿਸਾਨ ਕਦੇ ਨਹੀਂ ਕੀਤਾ ਜਿਵੇਂ ਅੱਜ ਕੱਲ੍ਹ ਅਸੀਂ ਅਹਿਸਾਨ ਕਰਨਾ। ਗੁਰੂ ਤੇਗ ਬਹਾਦਰ ਜਾ ਕੇ ਸੀਸ ਦਿੰਦੇ ਨੇ, ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿੰਦੇ ਨੇ, ਜਿੰਨੇ ਮੋਰਚੇ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ, ਪੰਜਾ ਸਾਹਿਬ ਦੇ ਮੋਰਚੇ, ਜਿੰਨੇ ਮੋਰਚੇ ਨੇ ਉਹ 'ਚ ਸ਼ਾਂਤਮਈ ਐਡੀਆਂ ਵੱਡੀਆਂ ਸ਼ਹੀਦੀਆਂ ਹੋਈਆਂ ਨੇ, ਉਹਨਾਂ ਨੇ ਕਦੇ ਐ ਨਹੀਂ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਸਮਾਜ ਨੂੰ ਬਿਹਤਰ ਬਣਾਉਣਗੇ, ਉਹ ਸਮਾਜ ਦਾ ਵੈਲਿਊ ਸਿਸਟਮ ਜਿਹੜਾ ਬਾਕੀਆਂ ਦੇ ਬਾਕੀ ਵਿਚਾਰਧਾਰਾਵਾਂ ਨੇ ਖੁੰਡਾ ਕਰਤਾ ਹੈ, ਬਿਲਕੁਲ ਹੀ ਗੈਰ ਇਨਸਾਨੀਅਤ ਭਰਤੀ। ਅਸੀਂ ਉਹਦੇ 'ਚ ਸਰਬੱਤ ਦੇ ਭਲੇ ਦੀ, ਇਨਸਾਨੀਅਤ ਦੀ ਗੱਲ, ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ ਦੀ ਗੱਲ, ਉਸ ਵਿਚਾਰਧਾਰਾ ਨੂੰ ਇੰਜੈਕਟ ਕਰਨਾ ਹੈ, ਉਸ ਵਿਚਾਰਧਾਰਾ ਨੂੰ ਵੱਡੇ ਪੱਧਰ ਤੇ ਫੈਲਾਉਣਾ ਹੈ, ਤਾਂ ਕਿ ਇਹ ਇਸ ਲੈਵਲ ਦੇ ਜਿਹੜੇ ਦੰਗੇ ਨੇ, ਹਿੰਦੂਤਵ ਦੀ ਜਿਹੜੀ ਸਿਆਸਤ ਹੈ ਬਹੁ ਗਿਣਤੀਵਾਦ ਦੀ, ਉਹਨੂੰ ਖੁੰਡਾ ਕਰਨਾ ਹੈ। ਤਾਂ ਅਸੀਂ ਉਸ ਦੇ ਵਿੱਚ ਕਰਦੇ ਹਾਂ, ਕਿਉਂਕਿ ਕਿਸਾਨ ਤਰਾਈ ਦੇ ਵਿੱਚ ਵੀ ਬਹੁਤੇ ਸਿੱਖ ਨੇ ਤੇ ਅੰਦੋਲਨ ਕਰਦੇ ਨੇ ਜਿਹੜੇ ਕਹਿੰਦੇ ਨੇ ਲੀਡਰ ਨੂੰ ਆਪ ਅੱਗੇ ਆਉਣਾ ਚਾਹੀਦਾ। ਤਜਿੰਦਰ ਸਿੰਘ ਵਿਰਕ ਕੌਣ ਹੈ? ਲੀਡਰ ਨਹੀਂ ਮੰਨਦੇ ਤੁਸੀਂ? ਉਸ ਏਰੀਏ ਦਾ ਸਭ ਤੋਂ ਵੱਡਾ ਆਗੂ ਹੈ ਜਿਹੜਾ ਅੱਜ ਵੀ ਮੈਂ ਦਾਤਾ ਹਸਪਤਾਲ ਦੇ ਵਿੱਚ ਪਿਆ। ਆਗੂ ਤੋਂ ਬਿਨਾਂ ਕਿੱਥੇ ਜਾ ਕੇ ਕੀ ਹੋ ਰਿਹਾ ਤੁਸੀਂ ਮੈਨੂੰ ਦੱਸੋ? ਤੁਸੀਂ ਕਿਹੜੇ ਆਗੂ ਨੂੰ ਕਹਿੰਦੇ ਹੋ? ਕਈ ਸੱਜਣ ਕਹਿੰਦੇ ਫਲਾਨਾ ਆਗੂ ਦਾ ਆਪ ਮਰ ਜੇ ਜੀ, ਫਲਾਨਾ ਆਪ ਮਰ ਜੇ, ਦੂਜਾ ਹੋ ਜੇ, ਤੀਜਾ ਹੋ ਜੇ। ਜਾਣਬੁੱਝ ਕੇ ਐ ਮਰਨ ਵਾਲਾ ਤਰੀਕਾ ਦਾ ਮਤਲਬ ਕੀ ਹੁੰਦਾ ਨਾ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਸ ਤਰੀਕੇ ਦਾ ਕਰ ਦਾਂਗੇ, ਇਹ ਬੇਹੂਦਗੀਆਂ ਗੱਲਾਂ ਮੇਰੇ ਖਿਆਲ ਉਸ ਲੈਵਲ ਤੇ ਨੇ। ਜਿਹੜੇ ਲੋਕ ਲਗਾਤਾਰ ਸਰਕਾਰ ਦੀ ਕਿਸੇ ਨਾ ਕਿਸੇ ਜਾਣੇ ਰੂਪ ਚ ਮਦਦ ਕਰਦੇ ਨੇ, ਸਰਕਾਰ ਕਹਿੰਦੀ ਹੈ ਸ਼ੁਰੂ ਤੋਂ ਲੈ ਕੇ, ਸਰਕਾਰ ਇਹ ਕਹਿੰਦੀ ਹੈ ਕਿ ਅੰਦੋਲਨ ਕੇਵਲ ਖਾਲਿਸਤਾਨੀਆਂ ਦਾ ਅੰਦੋਲਨ ਹੈ, ਇਹ ਅੰਦੋਲਨ ਮਾਓਵਾਦੀਆਂ ਦਾ ਅੰਦੋਲਨ ਹੈ, ਇਹ ਅੰਦੋਲਨ ਪਾਕਿਸਤਾਨ ਤੇ ਚੀਨ ਦੇ ਸਪੋਰਟਰਾਂ ਦਾ ਅੰਦੋਲਨ ਹੈ। ਇਹ ਐਲੀਗੇਸ਼ਨ ਤਾਂ ਸਰਕਾਰ ਲਾ ਰਹੀ ਹੈ। ਕਿਸਾਨ ਮੋਰਚੇ ਦੀ ਇਹੀ ਸਭ ਤੋਂ ਵੱਡੀ ਸਟਰੈਂਥ ਹੈ, ਮਜ਼ਬੂਤੀ ਹੈ ਕਿ ਉਹਨੇ ਸਰਕਾਰ ਦੇ ਇਹ ਸਾਰੇ ਦੇ ਸਾਰੇ ਲਾਏ ਗਏ ਦੋਸ਼ ਚਿਪਕਣ ਨਹੀਂ ਦਿੱਤੇ ਆਪਣੇ ਸੀਨੇ ਦੇ ਉੱਤੇ, ਉਸ ਲਾ ਕੇ ਪਰਾਂ ਮਾਰੇ ਸਾਰੇ। ਦੁਨੀਆ ਇਸ ਅੰਦੋਲਨ ਨੂੰ ਦੇਖ ਰਹੀ ਹੈ, ਜਿਹੜੀ ਦੁਨੀਆ ਕਹਿ ਰਹੀ ਹੈ ਕਿ ਕਿਸਾਨੀ ਦਾ ਤੇ ਇਨਸਾਨੀਅਤ ਦਾ ਅੰਦੋਲਨ ਹੈ। ਇਹਦੇ ਨਾਲ ਬਲੇਮਬਾਜ਼ੀ ਨਾ ਕਰੋ, ਇਹਨੂੰ ਬਾਕੀ ਚੀਜ਼ਾਂ ਨਾਲ ਨਾ ਵੰਡੋ। ਔਰ ਜਦੋਂ ਤੁਸੀਂ ਉਹਨਾਂ ਚੀਜ਼ਾਂ ਨਾਲ ਵੰਡਣਾ ਸ਼ੁਰੂ ਕਰ ਦਿੰਦੇ ਹੋ, ਕੱਲ ਨੂੰ ਦੇਸ਼ 'ਚ ਜਾਤ ਆਧਾਰਿਤ ਦੰਗੇ ਹੋਣਗੇ, ਫਿਰ ਧਰਮ ਆਧਾਰਿਤ ਦੰਗੇ ਹੋਣਗੇ, ਫਿਰ ਬਾਕੀ ਦੇ ਦੰਗੇ। ਇਹਦੇ 'ਚ ਤਾਂ ਮੁਹਾਰਤ ਹੈ ਬੀਜੇਪੀ ਦੀ, ਔਰ ਇਹਦਾ ਮਤਲਬ ਅਸੀਂ ਉਸ ਮੁਹਾਰਤ ਨੂੰ ਹਵਾ ਦੇਾਂਗੇ ਉਸ ਗੱਲ ਦੇ ਰੂਪ ਦੇ ਵਿੱਚ। ਬਲਕਿ ਇਹ ਜ਼ਰੂਰ ਹੈ, ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਕਿ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਜਿਸ 'ਚ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ। ਤਰਾਈ 'ਚ ਵੀ ਕਿਉਂਕਿ ਸਿੱਖ ਨੇ, ਇਹ ਫਾਈਟਰ ਹੈ, ਸ਼ੁਰੂ ਤੋਂ ਲੜਦਾ ਹੈ, ਔਰ ਲੜਨਾ ਹੀ ਇਹਦੀ ਗੱਲ ਹੈ। ਜਿਹੜੇ ਲੋਕ ਕਹਿੰਦੇ ਤੁਸੀਂ ਮੂਹਰੇ ਕਿਉਂ ਜਾਂਦੇ ਹੋ, ਰਹਿਣ ਦਿਓ, ਇਹਦਾ ਮਤਲਬ ਇਹ ਹੈ ਕਿ ਉਹਦੇ 'ਚੋਂ ਸਿੱਖੀ ਸਪਿਰਿਟ ਮਾਰ ਦੇਣਾ ਚਾਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਉਹਦੇ 'ਚੋਂ ਇਹ ਭਾਵਨਾਵਾਂ ਜਿਹੜਾ ਗੁਰੂ ਨੇ ਉਹਨੂੰ ਦਿੱਤੀ ਹੈ ਕਿ ਜ਼ੁਲਮ ਖਿਲਾਫ ਲੜਨਾ ਤੇਰਾ ਕਿੱਤਾ ਹੈ, ਉਹ ਕਿਤੇ ਵੀ ਬੈਠਾ ਉੱਥੇ ਲੜੂਗਾ ਨਾ, ਜ਼ਰੂਰੀ ਤਾਂ ਨਹੀਂ ਇਕੱਲਾ ਇੱਥੇ ਹੈ ਜਾਂ ਉੱਥੇ ਹੈ। ਫਿਰ ਉਹ ਸਬਕ ਨਹੀਂ ਲੈਂਦਾ ਜਿਹੜੇ ਸਬਕ ਸਾਡੇ ਸੱਜਣ ਦੇ ਰਹੇ ਨੇ, ਤੁਸੀਂ ਰਹਿਣ ਦਿਓ, ਤੁਸੀਂ ਕਿਉਂ ਲੜਦੇ ਹੋ। ਕੋਈ ਕਹਿੰਦਾ ਕਾਮਰੇਡਾਂ ਦੀ ਅਗਵਾਈ ਹੈ, ਕੋਈ ਫਲਾਣੇ ਦੀ ਅਗਵਾਈ ਹੈ, ਕੋਈ ਧਮਕੇ ਦੀ ਅਗਵਾਈ ਹੈ। ਹੁਣ ਸਾਰੇ ਲੀਡਰਾਂ ਦਾ ਜਿਹੜਾ ਇਕੱਠ ਹੈ, ਇਹ ਸਮੁੱਚੇ ਲੋਕਾਂ ਦੇ ਦਬਦਬੇ ਦਾ ਇਕੱਠ ਹੈ। ਜਿਵੇਂ ਮੈਂ ਪਹਿਲਾਂ ਕਿਹਾ, ਇਕੱਲੇ ਲੀਡਰਾਂ ਦੀ ਯੁਕਤੀ ਨਹੀਂ ਕੰਮ ਕਰ ਰਹੀ, ਸਮੁੱਚੇ ਕਿਸਾਨੀ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਦਬਦਬਾ ਲੀਡਰਾਂ ਤੇ ਕਿ ਤੁਸੀਂ ਇਕੱਠੇ ਰਹਿਣਾ ਲੱਗ। ਤੁਸੀਂ ਇਕੱਲਾ ਅੰਦੋਲਨ ਨੂੰ ਵੇਚ ਕੇ ਨਹੀਂ ਆਉਣਾ, ਇੱਕ ਲੀਡਰ ਫੈਸਲਾ ਨਹੀਂ ਕਰੂਗਾ, ਸਾਰੇ ਰਲ ਕੇ ਫੈਸਲਾ ਕਰੋਗੇ। ਉਸ ਭਾਵਨਾਵਾਂ ਨੂੰ ਵੀ ਸਮਝਣ ਦਾ ਕੁਐਸਚਨ ਹੈ ਨਾਲ ਦੀ ਨਾਲ। ਔਰ ਅੰਦੋਲਨ ਐਡਾ ਲੰਮਾ ਸਮਾਂ ਚੱਲਿਆ, ਉਹ ਇਸ ਲੈਵਲ ਦੇ ਨਤੀਜੇ ਕੱਢ ਰਿਹਾ। ਬੀਜੇਪੀ ਨੂੰ ਸਮਝ ਨਹੀਂ ਆ ਰਹੀ ਕਿ ਇਸ ਅੰਦੋਲਨ ਨਾਲ ਲੜਾਈ ਕਿਵੇਂ ਲੜੀ ਜਾਵੇ। ਉਹ ਇਹਨੂੰ ਹਿੰਦੂ, ਜਿਹੜਾ ਹਿੰਦੂ ਸਿੱਖ ਬਣਾਉਣਾ, ਮੁਸਲਮਾਨ ਹਿੰਦੂ ਬਣਾਉਣਾ, ਬੀਜੇਪੀ ਚਾਹੁੰਦੀ ਹੈ ਕਿ ਇਸ ਅੰਦੋਲਨ ਦਾ ਇਹ ਚੀਜ਼ ਬਣ ਜੇ ਕਿਸੇ ਨਾ ਕਿਸੇ ਰੂਪ। ਬਿਲਕੁਲ ਬਿਲकुल ਹਮੀਰ ਸਿੰਘ ਜੀ, ਮੇਰਾ ਸਵਾਲ ਇਹ ਆ ਕਿ ਮੈਂ ਆਖਰੀ ਸਵਾਲ ਕਰਨਾ ਚਾਹੁੰਦਾ ਕਿ ਇਸ ਅੰਦੋਲਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ, ਉਹਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹਾ ਪੱਖ ਲੱਭਣ ਦੀ ਕੋਸ਼ਿਸ਼ ਹੁੰਦੀ ਹੈ। ਹੁਣ ਜਦੋਂ ਲਖੀਮਪੁਰ ਦੀ ਘਟਨਾ ਵਾਪਰੀ ਤਾਂ ਹੁਣ ਵੀ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਲੀ ਇੱਕ ਟੀ-ਸ਼ਰਟ ਪਾਈ ਨੌਜਵਾਨ ਜਿਹੜਾ ਉਹ ਦੇਖਿਆ ਗਿਆ, ਉਹਨੂੰ ਆਧਾਰ ਬਣਾ ਕੇ ਅੰਦੋਲਨ ਦੀ ਗੰਭੀਰਤਾ ਨੂੰ ਪਾਸੇ ਕਰਕੇ ਜਾਂ ਉੱਥੇ ਜਿਹੜੇ ਕਤਲकांड ਹੋਇਆ ਉਹਨੂੰ ਪਾਸੇ ਕਰਕੇ ਸਿਰਫ ਉਸ ਤਸਵੀਰ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨੂੰ ਕਿੱਦਾਂ ਦੇਖਦੇ ਹੋ? ਤਸਵੀਰਾਂ ਜਾਂ ਉਹ ਟੀ-ਸ਼ਰਟਾਂ ਉਹ ਆਮ ਸ਼ਰੇਆਮ ਵਿਕਦੀਆਂ ਨੇ, ਆਖਿਰਕਾਰ ਡਰ ਕਿਸ ਗੱਲ ਦਾ ਆ? ਕਿਉਂ ਇਹਨੂੰ ਵਾਰ-ਵਾਰ
ਉਸ ਪਾਸੇ ਵੱਲ ਨੂੰ ਜੋੜਿਆ ਜਾਂਦਾ ਹੈ। ਨਹੀਂ, ਉਹੀ ਸਵਾਲ ਹੈ ਨਾ। ਗੱਲ ਇਹ ਹੈ ਕਿ ਬੀਜੇਪੀ ਤਾਂ ਚਾਹੁੰਦੀ ਹੈ ਕਿ ਐਸੋਲੇਟ ਕਿਵੇਂ ਹੋ। ਉਹ ਕਿਸੇ ਦੇ ਟੀ-ਸ਼ਰਟ ਪਾਈ ਆ ਉਹਨੂੰ ਨਿਸ਼ਾਨਾ ਬਣਾਉਂਦੀ ਹੈ, ਕਿਸੇ ਦੇ ਗੱਡੀ ਦੇ ਸਟicker ਲੱਗਿਆ ਉਹਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਕੋਈ ਪਾਬੰਦੀਸ਼ੁਦਾ ਚੀਜ਼ਾਂ ਨੇ। तमाम ਮੇਲਿਆਂ ਤੇ ਟੀ-ਸ਼ਰਟਾਂ ਵਿਕਦੀਆਂ ਨੇ। ਪੰਜਾਬ ਦੇ ਅੱਧੇ ਸਿੱਖਾਂ ਦੇ, ਮੈਨੂੰ ਲੱਗਦਾ ਅੱਧੇ ਤੋਂ ਵੱਧ ਹੀ 70% ਦੇ ਘਰਾਂ 'ਚ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਏਗੀ। ਔਰ ਕੋਈ ਸਾਡੇ ਅਜਾਇਬ ਘਰ ਦੇ ਵਿੱਚ ਅਕਾਲ ਤਖਤ ਦੇ ਵਿੱਚ ਲੱਗੀ ਹੈ ਤੇ ਬਾਕੀ ਸਾਰੇ ਕਿਤੇ ਮਾਹੌਲ ਉਸ ਲੈਵਲ ਦਾ ਹੈ। ਔਰ ਇਹ ਗੱਲਾਂ ਕਰਕੇ ਤੁਸੀਂ ਉਹਨੂੰ ਉਹਦੇ ਕਿਵੇਂ ਬਣਾ ਦਿਓ। ਇਕੱਲਾ ਸੰਤ ਭਿੰਡਰਾਂਵਾਲੇ ਦਾ ਕੁਐਸਚਨ ਨਹੀਂ ਹੈ, ਕੁਐਸਚਨ ਇਦੋਂ ਅਗਲਾ ਵੀ ਹੈ। ਕੁਐਸਚਨ ਇਹ ਹੈ ਕਿ ਜਦੋਂ ਦੋ ਧਿਰਾਂ 'ਚ ਇੱਕ ਲੜਾਈ ਹੋਈ ਦਿੱਲੀ 'ਚ ਤੇ ਸਾਡੇ ਪੰਜਾਬ ਦੇ ਵਿੱਚ, ਈਵਨ ਜਦ ਤੋਂ ਹੀ ਮਤਲਬ 47 ਤੋਂ ਬਾਅਦ ਵੀ ਲਗਾਤਾਰ ਇਹ ਗੱਲ ਹਕੀਕਤ ਨੂੰ ਪ੍ਰਵਾਨ ਕਰਨਾ ਚਾਹੀਦਾ ਕਿ ਅਜੇ ਵੀ ਇੱਕ ਬੇਗਾਨਗੀ ਦੀ ਭਾਵਨਾ ਹੈਗੀ ਆ। ਉਹ ਮਸਲੇ ਹੱਲ ਨਹੀਂ ਹੋਏ, ਕਾਫੀ ਮਾਮਲੇ ਇਹੋ ਜਿਹੇ ਅਜੇ ਰੁਕੇ ਹੋਏ। ਤੇ ਜੇ ਤੁਸੀਂ ਕਹੋ ਫਿਰ ਰੋਜ਼ ਸਾਰੇ ਸਿੱਖਾਂ ਨੂੰ ਦੇਸ਼ ਧਰੋਹੀ ਬਣਾ ਦੋਗੇ। ਇੰਦਰਾ ਗਾਂਧੀ ਸ਼ਹੀਦ ਹੈ, ਉਹਨਾਂ ਦੀ ਜਿਹੜੇ ਨੈਸ਼ਨਲ ਲੈਵਲ ਤੇ ਸੋਚਿਆ ਕਿ ਹਾਂਜੀ ਇੰਦਰਾ ਗਾਂਧੀ ਸਾਡੀ ਪ੍ਰਧਾਨ ਮੰਤਰੀ, ਪਰ ਸਤਵੰਤ ਸਿੰਘ ਕੇਰ ਸਿੰਘ ਦੀ ਬਰਸੀ ਦੇ ਉੱਤੇ ਹਰ ਸਾਲ ਸਮਾਗਮ ਅਕਾਲ ਤਖਤ ਦਾ ਜਥੇਦਾਰ ਕਹਿੰਦਾ ਕਿ ਸਾਡੇ ਸ਼ਹੀਦ ਨੇ, ਤੇ ਉਹ ਵੀ ਦਿਖਾਈ ਦਿੰਦਾ। ਉਹਨੂੰ ਵੀ ਸਾਰੇ ਲੋਕ ਪ੍ਰਵਾਨ ਕਰਦੇ ਨੇ ਨਾ, ਘੱਟੋ ਘੱਟ ਉਹ ਪ੍ਰਵਾਨ ਕਰਦੇ ਨੇ। ਨਹੀਂ ਉਹਦੇ ਤਾਂ ਮੁਕੱਦਮੇ ਤਾਂ ਨਹੀਂ ਦਰਜ ਕਰ ਦਿੰਦੇ ਕਿਸੇ ਵੀ ਰੂਪ ਦੇ ਵਿੱਚ। ਜਦੋਂ ਇਹ ਇੱਕ ਕਿਸੇ ਦੇਸ਼ ਦਾ ਇਕੱਠਾ ਵੀ ਰਹਿੰਦਾ ਉਹਦੇ ਬਖਰੇਵੇਂ ਵੀ ਹੁੰਦੇ। ਔਰ KPS ਗਿੱਲ ਤੇ ਬੇਅੰਤ ਸਿੰਘ ਬਾਰੇ ਔਰ ਸਿੱਖਾਂ ਦਾ ਵੱਡਾ ਸੈਕਸ਼ਨ ਉਹਨਾਂ ਨੂੰ ਹੋਰ ਰੂਪ ਚ ਲੈਂਦਾ ਕਿ ਇਹਨਾਂ ਨੇ ਸਾਡੇ ਮੁੰਡੇ ਮਾਰੇ ਨੇ, ਇੰਨੇ ਵੱਡੇ ਪੱਧਰ ਤੇ ਕਤਲੇਆਮ ਕੀਤਾ, ਗਲਤ ਹੈ। ਪਰ ਸਟੇਟ ਲਈ ਉਹ ਸ਼ਹੀਦ ਨੇ ਤੇ ਸ਼ਾਂਤੀ ਲਿਆਉਣ ਵਾਲੇ ਬੰਦੇ ਨੇ, ਤੇ ਇੱਕ ਸੈਕਸ਼ਨ ਵੀ ਸੁਸਾਇਟੀ ਦਾ ਉਹਨੂੰ ਉਵੇਂ ਸਮਝ ਰਿਹਾ ਉਸ ਤਰੀਕੇ ਦਾ। ਇਸ ਲਈ ਪਰ ਉਹਨਾਂ ਗੱਲਾਂ ਨੂੰ ਜਿਹੜੀਆਂ ਫਾਲਟ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜੀਆਂ ਨਹੀਂ ਜੁੜੀਆਂ ਹੁੰਦੀਆਂ ਔਰ ਜਿਹੜੀਆਂ ਐਂ ਚੱਲਦੀਆਂ ਨੇ ਸਮਾਜ 'ਚ ਵੱਡੇ ਪੱਧਰ ਦੇ ਉੱਤੇ ਔਰ ਉਸ ਤਰੀਕੇ ਦੇ ਨਾਲ ਚੱਲਦੀਆਂ ਨੇ, ਸਟੇਟ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਐਵੇਂ ਹੀ ਮਾਓਵਾਦੀ ਕਹਿੰਦੀ ਹੈ। ਔਰ ਜਿਹੜਾ ਚੀ ਗਬੇਰੇ ਵਰਗੇ ਬੰਦੇ ਇੱਥੇ ਸਾਰੇ ਇੰਡੀਆ 'ਚ, ਕੇਰਲਾ ਦੇ ਵਿੱਚ ਉਹਦੀਆਂ ਇੰਨੀਆਂ ਫੋਟੋਆਂ ਨੇ, ਉਹ ਵੀ ਤਾਂ ਹਥਿਆਰਾਂ ਦੇ ਨਾਲ ਸੱਤਾ ਪਲਟਣ ਦਾ ਹੀਰੋ ਵਜੋਂ ਜਾਣਿਆ ਜਾਂਦਾ ਹੈ। ਤੇ ਉਹਦੀਆਂ ਇੰਨੀਆਂ ਜ਼ਿਆਦਾ ਟੀ-ਸ਼ਰਟਾਂ ਵਿਕਦੀਆਂ ਨੇ, ਬਲਕਿ ਸਟੇਟ ਦੇ ਮੇਲਿਆਂ ਤੇ ਬਾਕੀ ਜਗ੍ਹਾ ਵਿਕਦੀਆਂ ਨੇ ਤੇ ਪਾਈਆਂ ਜਾਂਦੀਆਂ ਨੇ, ਤੇ ਸਭ ਦੀਆਂ ਪਾਈਆਂ ਜਾਂਦੀਆਂ ਨੇ। ਇਹ ਕ੍ਰਾਈਮ ਨਹੀਂ ਹੋ ਗਿਆ। ਹਾਂ, ਜਾਂ ਤਾਂ ਤੁਸੀਂ ਕਹੋ ਕਿ ਇਸ ਦੇਸ਼ ਦੇ ਵਿੱਚ ਕਾਨੂੰਨ ਦੇ ਤੌਰ ਤੇ ਆ ਚੀਜ਼ ਰੋਕੀ ਹੋਈ ਹੈ, ਬੰਦ ਹੈ, ਫਿਰ ਵੀ ਕੋਈ ਕਰ ਰਿਹਾ। ਜੇ ਕਾਨੂੰਨੀ ਪਾਬੰਦੀ ਨਹੀਂ, ਇਹ ਤੁਸੀਂ ਜਾਣ ਬੁੱਝ ਕੇ ਉਸ ਪਾਸੇ ਵੱਲ ਤੁਸੀਂ ਜੇ 4 ਕਿਤਾਬਾਂ ਨਿਕਲੇ ਜਾਂ ਕਿਸੇ ਬੁੱਧੀਜੀਵੀ ਦੇ ਘਰੋਂ, ਉਹਦੇ ਵਿੱਚ ਕੋਈ ਭਿੰਡਰਾਂਵਾਲੇ ਦੀ ਜੀਵਨੀ ਵੀ ਹੋ ਸਕਦੀ ਹੈ, ਉਹਦੇ ਵਿੱਚ ਕੋਈ ਕਿਸੇ ਹੋਰ ਲੀਡਰ ਦੀ, ਆਗੂ ਦੀ, ਜਿਹੜੇ ਕੋਈ ਇਨਕਲਾਬੀ ਰਹੇ ਨੇ, ਉਹਦੀ ਹੋ ਸਕਦੀ ਹੈ। ਤਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਤਾਂ ਜੀ ਇਸ ਗੱਲ ਨਾਲ ਜੁੜੇ ਹੋਏ ਬੰਦੇ ਹੋ, ਤੇਰੇ ਤੇ ਮੁਕੱਦਮਾ ਦਰਜ ਕਰਤਾ, ਇਸ ਲਈ ਤੈਨੂੰ ਸਜ਼ਾ ਵੀ ਦੇਤੀ। ਰੋਪੜ ਦੀ ਅਦਾਲਤ ਨੇ 3 ਸਿੱਖ ਮੁੰਡਿਆਂ ਨੂੰ ਸਜ਼ਾ ਦਿੱਤੀ ਹੈ ਇਸੇ ਗੱਲ ਕਰਕੇ ਕਿ ਲਿਟਰੇਚਰ ਜਿਹੜਾ ਉਹਨਾਂ ਕੋਲ ਉਹ ਮਿਲ ਗਿਆ। ਇਹ ਸੰਵਿਧਾਨ ਦੀ ਭਾਵਨਾ ਦੇ ਉਲਟ, ਜਦ ਕਿ ਇਸ ਦੇਸ਼ ਦੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਪੰਜਾਬ ਦੇ ਮਾਮਲੇ ਦੇ ਵਿੱਚ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੈਕਟਰ 17 ਦੇ ਨੀਲਮ ਸਲੇਵਾਂ ਦੇ ਸਾਹਮਣੇ ਜਦੋਂ ਨਾਅਰੇ ਲਾਤੇ ਸੀ ਖਾਲਿਸਤਾਨ ਦੇ, ਤੇ ਉਹਦੇ ਤੇ ਉਸ ਤੇ ਜੱਜਮੈਂਟ ਹੈ। ਉਹ ਜੱਜਮੈਂਟ ਇਹ ਹੈ, ਉਹਦਾ ਬੇਟਾ ਜਿਹੜੇ ਸੱਜਣ ਦੇ ਨਾਂ ਤੇ ਉਹ ਕੇਸ ਹੈ, ਉਹਦਾ ਬੇਟਾ ਹੁਣੇ ਬੀਜੇਪੀ 'ਚ ਗਿਆ, ਤਾਂ ਬੀਜੇਪੀ ਨੂੰ ਦੇਖਣਾ ਚਾਹੀਦਾ ਸੀ। ਇਹਦਾ ਮਤਲਬ ਜੇ ਉਧਰ ਚਲਾ ਗਿਆ ਤਾਂ ਉਹ ਦੁੱਧ ਧੋਤੇ ਉਸ ਲੈਵਲ ਤੇ ਹੋ ਜਾਂਦੇ ਨੇ। ਉਹ ਜੱਜਮੈਂਟ ਇਹ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ, ਜੇ ਹਿੰਸਾ ਨਹੀਂ ਭੜਕਦੀ, ਤਾਂ ਵੱਖਰੇ ਰਾਜ ਦੀ ਮੰਗ ਕਰਨਾ ਵੀ ਕੋਈ ਗੁਨਾਹ ਨਹੀਂ, ਜੇ ਹਿੰਸਕ ਤੌਰ ਤੇ ਹੋ ਨਹੀਂ ਦਿੰਦੇ। ਇਹ ਦੇਸ਼ ਦੀ ਸੰਵਿਧਾਨ ਦੀ ਸਪਿਰਿਟ ਹੈ। ਤਾਂ ਇਹ ਸਰਕਾਰਾਂ ਉਸ ਸਪਿਰਿਟ ਦੇ ਖਿਲਾਫ ਭੁਗਤਦੀਆਂ ਨੇ ਤਾਂ ਕਿ ਲੋਕਾਂ ਦੇ ਉੱਤੇ ਇੱਕ ਹਜੂਮੀ ਹਿੰਸਾ ਦਾ ਦਬਾਅ ਪਾਇਆ ਜਾ ਸਕੇ। ਲੋਕਾਂ ਦੇ ਮਨਾਂ ਨੂੰ ਇੰਨਾ ਸੰਕੀਰਣ ਬਣਾਉਂਦੀਆਂ ਨੇ। ਬਲਕਿ ਜੇ ਉਹ ਸੰਵਿਧਾਨ ਇਜਾਜ਼ਤ ਦਿੰਦਾ ਤਾਂ ਇਹਨਾਂ ਤੇ ਡਿਬੇਟਾਂ ਹੋਣੀਆਂ ਚਾਹੀਦੀਆਂ ਨੇ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ। ਦੂਜੀ ਗੱਲ ਉਹ ਇਹ ਵੀ ਕਹਿੰਦੀਆਂ ਨੇ ਕਿ ਜੀ ਵਿਰੋਧੀ ਪਾਰਟੀਆਂ ਕਿਉਂ ਆ ਰਹੀਆਂ ਨੇ, ਉਹ ਸਿਆਸਤ ਕਰਦੀਆਂ ਨੇ। ਜੇ ਸਿਆਸੀ ਪਾਰਟੀ ਨੇ ਸਿਆਸਤ ਕਿਉਂ ਨਹੀਂ ਕਰਨੀ? ਕਿ ਮੈਨੂੰ ਲੱਗਦਾ ਸਿਆਸਤ, ਅਸੀਂ ਸਿਆਸੀ ਸ਼ਬਦ ਨੂੰ ਇੰਨਾ ਗੰਦਾ ਲੀਡਰਾਂ ਨੇ ਕਰਤਾ ਕਿਉਂਕਿ ਸਿਆਸਤਦਾਨ ਹਮੇਸ਼ਾ ਧੋਖਾ ਕਰਦਾ, ਪਰ ਸਿਆਸਤ ਦਾ ਸ਼ਬਦ ਇੱਕ ਪਵਿੱਤਰ ਸ਼ਬਦ। ਜਦੋਂ ਕੋਈ ਬੰਦਾ ਘਰੋਂ ਬਾਹਰ ਨਿਕਲਦਾ ਸਾਂਝੇ ਕੰਮ ਲਈ ਤਾਂ ਉਹ ਸਿਆਸਤ ਹੀ ਹੁੰਦੀ ਹੈ। ਜਦੋਂ ਪਾਲਿਸੀ ਤੇ ਅੰਦੋਲਨ ਹੁੰਦਾ ਉਹ ਸਿਆਸਤ ਹੁੰਦੀ ਹੈ। ਜੇ ਵਿਰੋਧੀ ਧਿਰਾਂ, ਜਿਹੜਾ ਗੋਦੀ ਮੀਡੀਆ ਵੀ ਕਹਿ ਰਿਹਾ ਕਿ ਉਹ ਤਾਂ ਸਿਆਸੀ ਟੂਰਿਜ਼ਮ ਹੈ, ਸਿਆਸਤ ਕਰਦੇ ਹੋ, ਜੇ ਉਹ ਸਰਕਾਰ ਦੇ ਖਿਲਾਫ ਰਲ ਕੇ ਖੜਾ ਨਹੀਂ ਹੋਏਗਾ, ਸਰਕਾਰ ਕਿਸੇ ਦੀ ਵੀ ਹੋਵੇ, ਤਾਂ ਸਰਕਾਰ ਮਨਮਾਨੀ ਕਰੂ। ਮੈਨੂੰ ਲੱਗਦਾ ਹੈ ਸਿਆਸਤ ਕਰਨੀ ਚਾਹੀਦੀ ਹੈ। ਇਹ ਸਿਆਸਤ 'ਚ ਗੁਨਾਹ ਕੀ ਹੈ? ਤੁਸੀਂ ਜਾਓ ਤੇ ਮਜ਼ਲੂਮਾਂ ਨਾਲ ਖੜੇ ਹੋ। ਸਰਕਾਰ ਜਾਂ ਸਰਕਾਰ ਦੀ ਸਹਿ ਪ੍ਰਾਪਤ ਲੋਕਾਂ ਨੇ ਜੋ ਗੁੰਡਾਗਰਦੀ ਕੀਤੀ ਹੈ ਉਹਦੇ ਖਿਲਾਫ ਸਾਰੇ ਸਾਂਝੇ ਤੌਰ ਤੇ ਖੜੇ ਹੋ।
ਇਹ ਸਿਆਸਤ ਹੈ ਤੇ ਸਹੀ ਸਿਆਸਤ ਕਰਨ ਦੀ ਲੋੜ ਹੈ ਇਸ ਦੇਸ਼ ਦੇ ਵਿੱਚ। ਉਹਨੂੰ ਸਾਈਡਲਾਈਨ ਕਰ, ਇਹਦੇ ਚੋਂ ਮੈਨੂੰ ਲੱਗਦਾ ਹੈ ਕਹਿਣ ਦੀ ਲੋੜ ਨਹੀਂ ਹੈ ਕਿ ਮੈਂ ਇਹਦੀ ਸਿਆਸਤ ਕਰ ਰਿਹਾ। ਹਰ ਬੰਦੇ ਨੂੰ ਕਹਿਣਾ ਚਾਹੀਦਾ ਮੈਂ ਸਿਆਸਤ ਕਰ ਰਿਹਾ। ਇਹ ਸਿਆਸਤ ਲੋਕਾਂ ਦੀ ਸਿਆਸਤ ਹੈ, ਜ਼ੁਲਮ ਦੇ ਖਿਲਾਫ ਸਿਆਸਤ ਹੈ। ਜੇ ਜ਼ੁਲਮ ਦੇ ਖਿਲਾਫ ਸਿਆਸਤ ਕਰਨੀ ਗੁਨਾਹ ਹੈ ਤਾਂ ਮੈਂ ਗੁਨਾਹ ਕਰ ਰਿਹਾ। ਸਿਆਸੀ ਪਾਰਟੀਆਂ ਦਾ ਵੀ ਤੇ ਬਾਕੀ ਲੋਕਾਂ ਦਾ ਮੇਰਾ ਖਿਆਲ ਮੈਸੇਜ ਇਸ ਰੂਪ ਚ ਜਾਣਾ ਚਾਹੀਦਾ। ਜੀ ਜੀ ਜੀ, ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਤੁਹਾਡਾ। ਜੀ ਮਿਹਰਬਾਨੀ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਲਖੀਮਪੁਰ ਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਦੇ ਸਵਾਲ ਉੱਠੇ ਨੇ ਉਹਨਾਂ ਉੱਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।